ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਾਰ ਜੋਰੀ ਨਮੋ ਕਾਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁ ਪਰਵਾਰ ਜਾਨ ਜੰਜਾਰ। ਨਹਿ ਸਮਝਤ ਇਹ ਹਿਰਦੈ ਮੰਝਾਰ। ਪੁੱਤੋ ਰੁਮਾਲ ਪੋਂਛ ਤੇ ਹਾਥ। ਸੋ ਇਕੱਠੋ ਕਰ ਕੈ ਤਬ ਨਾਥ। ਬਹੁ ਪਰਵਾਰ ਜਾਨ ਜੰਜਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਨਰਾਜ ਆਨਾਨ ਭਾਨ ਦੇਵਾਨ ਦੇਵ। ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੇ ਹਾਜ਼ਰ ਨਾਜ਼ਰ ਪ੍ਰਤੱਖ ਸਰੂਪ ਗੁਰਤਾ ਗੱਦੀ ਦੇ ਸਿੰਘਾਸਨ ਪਰ ਸੁਭਾਏਮਾਨ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ। ਆਪ ਸਰਬੱਤ ਸੰਗਤਾਂ ਦੇ ਬਹੁਤ ਵੱਡੇ ਭਾਗ ਹਨ ਜੋ ਆਪ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਬੱਦੋ ਹੋ ਪੁਰਖ ਵਿਧਾਤੈ ਤਾ ਤੂੰ ਸੋਹਿਆ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਲਾਹੇ ਪ੍ਰਾਪਤ ਕਰ ਰਹੇ ਹੋ। ਕਿਉਂਕਿ ਜਿਨ੍ਹਾਂ ਗੁਰਮੁਖਾਂ ਨੂੰ ਰੋਜ਼ਾਨਾ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਦਾ, ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ, ਗੁਰਬਾਣੀ ਕੀਰਤਨ ਸਰਵਣ ਕਰਨ ਦਾ ਇਹ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ, ਉਹਨਾਂ ਗੁਰਸਿੱਖ ਸੰਗਤਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਹੈ। ਕਿਉਂਕਿ ਆਪਾਂ ਰੋਜ਼ਾਨਾ ਹੀ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਬੈਠਾ ਹੈ ਦੁਨੀਆ ਭਰ ਦੇ ਅੰਦਰ, ਆਪਾਂ ਇਹ ਰੋਜ਼ਾਨਾ ਅਰਦਾਸ ਦੇ ਵਿੱਚ ਹਾਜ਼ਰੀ ਲਵਾਉਂਦੇ ਹਾਂ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਦੀ ਸਤਿਗੁਰਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ। ਤੋ ਸਾਧ ਸੰਗਤ, ਜਿਹੜੀਆਂ ਵੀ ਰੂਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰੇਮ ਵਿੱਚ ਰੰਗੀਆਂ ਜਾਂਦੀਆਂ ਹਨ, ਬੜੇ ਪਿਆਰ ਸਤਿਕਾਰ ਦੇ ਨਾਲ, ਕੋਈ ਝਾੜੂ ਦੀ ਸੇਵਾ ਕਰਨ ਵਾਲੇ, ਕੋਈ ਬਰਤਨ ਮਾਂਜਣ ਵਾਲੇ, ਵੱਖੋ ਵੱਖਰੀਆਂ ਸੇਵਾਵਾਂ ਜੋ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਗੁਰਮੁਖ ਪਿਆਰੇ ਨਿਭਾਉਂਦੇ ਹਨ, ਹਾਜ਼ਰੀਆਂ ਭਰਦੇ ਹਨ, ਫਿਰ ਏਡੀ ਵੱਡੀ ਇਹ ਸਥਾਨ ਤੋਂ ਬਖਸ਼ਿਸ਼ ਪ੍ਰਾਪਤ ਹੁੰਦੀ ਆ ਵੀ ਉਹ ਭਾਵੇਂ ਕੁਝ ਦਿਨ ਸੇਵਾ ਕਰਨ ਤੋਂ ਬਾਅਦ ਆਪਣੇ ਕੰਮਾਂ ਕਾਰਜਾਂ ਦੇ ਚਲੇ ਜਾਂਦੇ ਹਨ, ਪਰ ਉਹ ਸੁਰਤ ਕਰਕੇ ਫਿਰ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ, ਕਿ ਜਿਹੜੀ ਸੇਵਾ ਆਪਾਂ ਪਿਆਰ ਦੇ ਨਾਲ ਕਰੀਏ, ਭਾਵੇਂ ਛਬੀਲ ਤੇ ਸੰਗਤਾਂ ਨੂੰ ਜਲ ਛਕਾਈਏ, ਬਰਤਨ ਮਾਂਜੀਏ, ਝਾੜੂ ਮਾਰੀਏ ਸਤਿਗੁਰਾਂ ਦੀ ਪਰਿਕਰਮਾ ਦੇ ਵਿੱਚ, ਉਹ ਸੁਰਤ ਕਰਕੇ ਸੁੱਤੇ ਪਏ ਗੁਰੂ ਕੇ ਸਿੱਖ ਉਹ ਸੇਵਾ ਦਾ ਰੋਜ਼ਾਨਾ ਲਾਭ ਪ੍ਰਾਪਤ ਕਰਦੇ ਹਨ। ਏਡੀ ਵੱਡੀ ਬਖਸ਼ਿਸ਼ ਹੈ। ਇਸ ਕਰਕੇ ਮੈਂ ਇਹ ਭਜਨ ਵਰਤਿਆ ਵੀ ਉਹ ਗੁਰਸਿੱਖ ਸੰਗਤਾਂ ਦੇ ਚਰਨਾਂ 'ਤੇ ਨਮਸਕਾਰ ਆ, ਜਿਹੜੇ ਰੋਜ਼ਾਨਾ ਹੀ ਸਤਿਗੁਰਾਂ ਦੇ ਦਰ 'ਤੇ ਆਣ ਕੇ ਹਾਜ਼ਰੀਆਂ ਭਰਦੇ ਹਨ, ਇਹ ਸੇਵਾਵਾਂ ਕਰਦੇ ਹਨ। ਕਿਉਂਕਿ ਸਾਧ ਸੰਗਤ, ਜਦੋਂ ਸ੍ਰੀ ਸੋਹਿਲਾ ਸਾਹਿਬ ਜੀ ਦੀ ਇਹ ਗੁਰਬਾਣੀ ਦਾ ਪਾਠ ਆਪਾਂ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਵੀ ਜਿਸ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਕੀਰਤਨ ਹੋ ਰਿਹਾ, ਅਕਾਲ ਪੁਰਖ ਜੀ ਦੀ ਵਡਿਆਈ ਗਾਈ ਜਾ ਰਹੀ ਹੈ, ਫਿਰ ਕਰਤੇ ਕਾ ਹੋਏ ਵਿਚਾਰੋ, ਕਰਤੇ ਪੁਰਖ ਵਾਹਿਗੁਰੂ ਜੀ ਦੀ ਕਥਾ ਹੋ ਰਹੀ ਵੀ ਉਹ ਸਾਧ ਸੰਗਤ ਰੂਪੀ ਘਰ ਹੈ, ਜਿੱਥੇ ਆਪਾਂ ਕੀਰਤਨ ਵੀ ਕਰਦੇ ਹਾਂ, ਕਥਾ ਵੀ ਸੁਣਦੇ ਹਾਂ। ਫਿਰ ਸਤਿਗੁਰੂ ਜੀ ਅੱਗੇ ਜਾ ਕੇ ਭਜਨ ਕਰਦੇ, ਸੋ ਘਰ ਰਾਖ ਵਡਾਈ ਤੋਏ, ਵੀ ਮਹਾਰਾਜ ਕਿਰਪਾ ਕਰੋ ਮੈਂ ਸਦਾ ਹੀ ਉਹ ਘਰ ਦੇ ਵਿੱਚ ਵਸਦਾ ਰਵਾਂ, ਆਪ ਜੀ ਦੇ ਗੁਰਸਿੱਖ ਪਿਆਰਿਆਂ ਦੀ ਸੰਗਤ ਦਾ ਲਾਹਾ ਪ੍ਰਾਪਤ ਕਰਦਾ ਰਵਾਂ, ਮੇਰਾ ਵੀ ਜੀਵਨ ਸਫਲ ਹੋਵੇ। ਇਹ ਅਰਦਾਸ ਬੇਨਤੀ ਭਾਵਨਾ ਵਾਲਿਆਂ ਦੀ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਆਪਾਂ ਗੁਰਦੁਆਰਾ ਸ੍ਰੀ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਜੀ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਜੋ ਲੜੀਵਾਰ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਕਥਾ ਦਾ ਸਮਾਂ ਹੈ। ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ, ਵੱਡੇ ਪਰ ਉਪਕਾਰੀ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ, ਜਿਨ੍ਹਾਂ ਨੇ ਗੁਰਤਾ ਗੱਦੀ ਦਾ ਸਿੰਘਾਸਣ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਹੈ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਤਖਤ ਰਾਜਾ ਸੋ ਬਹਿ, ਜੇ ਤਖਤ ਹੈ ਲਾਇਕ ਹੋਈ, ਕਿ ਜਿਹੜੇ ਤਖਤ ਦੇ ਲਾਇਕ ਹਨ ਉਹੀ ਇਸ ਤਖਤ 'ਤੇ ਬਿਰਾਜਮਾਨ ਹੁੰਦੇ ਹਨ। ਇਹ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਛੋਟੀ ਉਮਰ ਦੇ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਸਿੰਘਾਸਣ ਬਖਸ਼ਿਆ। ਮਾਤਾਵਾਂ ਨੇ ਮਹਾਰਾਜ ਜੀ ਦੇ ਸਨਮੁਖ ਆਣ ਕੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਤਾਂ ਆਪਣੇ ਪੁੱਤਰਾਂ ਨੂੰ ਬਿਲਕੁਲ ਲਾਂਭੇ ਕਰ ਦਿੱਤਾ, ਖਾਲੀ ਰਹਿਣ ਦਿੱਤਾ ਹੈ। ਇਹ ਗੁਰਤਾ ਗੱਦੀ ਦਾ ਸਿੰਘਾਸਣ ਤੁਸੀਂ ਆਪਣੇ ਪੋਤਰੇ ਨੂੰ ਬਖਸ਼ਿਸ਼ ਕਰ ਦਿੱਤਾ।
ਤੇ ਸਤਿਗੁਰਾਂ ਨੇ ਮਤਾਵਾਂ ਨੂੰ ਆਖਿਆ ਵੀ ਜਿਹੜੇ ਗੁਰੂ ਕੇ ਸਾਹਿਬਜ਼ਾਦੇ ਹਨ ਉਹ ਕਿਵੇਂ ਖਾਲੀ ਰਹਿਣਗੇ, ਵੀ ਸਾਰਾ ਗੁਰੂ ਕਾ ਖਾਲਸਾ ਪੰਥ ਸਿੱਖ ਸੰਗਤਾਂ ਗੁਰੂ ਸਾਹਿਬਾਂ ਦੀ ਤਰ੍ਹਾਂ ਹੀ ਗੁਰੂ ਕੇ ਸਪੁੱਤਰਾਂ ਦਾ ਸਤਿਕਾਰ ਕਰਨਗੀਆਂ। ਸੋ ਸਾਧ ਸੰਗਤ ਮਾਤਾ ਮਰਵਾਹੀ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਪੁੱਤਰ ਬਾਬਾ ਸੂਰਜਮਲ ਜੀ ਤਾਂ ਖਾਲੀ ਰਹਿ ਗਏ ਹਨ। ਸਤਿਗੁਰਾਂ ਨੇ ਬਾਬਾ ਸੂਰਜਮਲ ਜੀ ਨੂੰ ਵਰਦਾਨ ਬਖਸ਼ਿਆ ਵੀ ਤੁਹਾਡੀ ਸੰਤਾਨ ਅੰਸ਼ ਬੰਸ਼ ਬੜਾ ਵਧੇ ਫੁੱਲੇਗਾ, ਬੜੇ ਭਾਗ ਲੱਗਣਗੇ, ਬੜੀਆਂ ਬਖਸ਼ਿਸ਼ਾਂ ਹੋਣਗੀਆਂ। ਅਤੇ ਗੁਰੂ ਸਾਹਿਬ ਵੀ ਗੁਰਤਾ ਗੱਦੀ ਤਾਂ ਜਿਨ੍ਹਾਂ ਨੂੰ ਮਿਲਣੀ ਸੀ ਉਹਨਾਂ ਨੂੰ ਹੀ ਮਿਲਣੀ ਹੈ, ਪਰ ਗੁਰੂ ਸਾਹਿਬਾਨ ਜੀ ਦੀ ਤਰ੍ਹਾਂ ਤੁਹਾਡੀ ਵੀ ਸੰਤਾਨ ਪੂਜੀ ਜਾਵੇਗੀ। ਫਿਰ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਬਿਲਕੁਲ ਇਹ ਆਪਣੇ ਭਾਪੀ ਮਸਤ ਸੁਭਾਅ ਵਾਲੇ ਹਨ। ਇਹ ਕਿਸੇ ਨਾਲ ਬੋਲਦੇ ਨਹੀਂ, ਕੋਈ ਬਹੁਤੇ ਤੇਜ਼ ਤਰਾਰ ਨਹੀਂ ਹਨ, ਕੋਈ ਕਿਸੇ ਕਾਰਜ ਵਿੱਚ ਹੁਸ਼ਿਆਰੀ ਨਹੀਂ ਰੱਖਦੇ। ਇਹਨਾਂ ਦੇ ਜੀਵਨ ਦਾ ਨਿਰਵਾਹ ਕਿਵੇਂ ਚੱਲੇਗਾ ਜੇ ਤੁਸੀਂ ਇਹਨਾਂ ਨੂੰ ਗੁਰਤਾ ਗੱਦੀ ਦੇ ਦਿੰਦੇ ਤੇ ਇਹਨਾਂ ਦਾ ਵੀ ਨਾਮ ਜਗਤ ਸੰਸਾਰ ਤੇ ਪ੍ਰਗਟ ਹੋ ਜਾਂਦਾ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਨੂੰ ਸਮਝਾਇਆ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਬਚਨ ਕਹਿ ਰਹੇ ਹੋ ਵੀ ਇਹਨਾਂ ਦੀ ਗੁਜਰਾਨ ਕਿੱਦਾਂ ਚੱਲੇਗੀ, ਇਹਨਾਂ ਦਾ ਗੁਜ਼ਾਰਾ ਕਿੱਦਾਂ ਹੋਵੇਗਾ। ਮਹਾਰਾਜ ਜੀ ਕਹਿਣ ਲੱਗੇ ਤੇ ਏਡੇ ਵੱਡੇ ਸਮਰੱਥ ਹੋਣਗੇ ਵੀ ਲੋਕ ਡੁੱਬਦੇ ਬੇੜੇ ਪਾਰ ਲਾਉਣ ਵਾਸਤੇ ਇਹਨਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰਨਗੇ। ਇਹਨਾਂ ਦੇ ਅੱਗੇ ਅਰਦਾਸ ਕਰਨੇ ਕਰਕੇ ਲੋਕਾਂ ਦਾ ਗੁਜ਼ਾਰਾ ਚੱਲੇਗਾ। ਭਾਵ ਵੀ ਘਰ ਦੇ ਵਿੱਚ 9 ਨਿਧੀਆਂ ਇਹ ਸਾਰੀਆਂ ਬਰਕਤਾਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਇਹ ਏਡੇ ਵੱਡੇ ਜਿਹੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਮਰੱਥਾ ਵਾਲੇ ਹੋਣਗੇ ਤੇ ਤੁਸੀਂ ਇਹਨਾਂ ਦੀ ਚਿੰਤਾ ਕਰ ਰਹੇ ਹੋ। ਪਰ ਫਿਰ ਵੀ ਜਦੋਂ ਇੱਕ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਘਰ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਭੋਜਨ ਛਕ ਰਹੇ ਹਨ ਤੇ ਮਾਤਾ ਨਾਨਕੀ ਜੀ ਨੇ ਫਿਰ ਜਿਵੇਂ ਹਰ ਇੱਕ ਮਾਂ ਦੀ ਸਾਧ ਸੰਗਤ ਇੱਕ ਭਾਵਨਾ ਹੈ ਵੀ ਮਾਂ ਦੀ ਮਮਤਾ ਹੈ ਵੀ ਸਾਡਾ ਜੋ ਧੀ ਪੁੱਤਰ ਸਫਲ ਹੋਵੇ, ਉਹ ਚੰਗੇ ਮੁਕਾਮ ਤੇ ਅਹੁਦੇ ਤੇ ਪਹੁੰਚੇ। ਸਦਾ ਹੀ ਮਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਵੀ ਸਤਿਗੁਰਾਂ ਨੇ ਮਾਂ ਦੀ ਸੀਸ ਦੀ ਬੜੀ ਵੱਡੀ ਮਹਾਨਤਾ ਬਖਸ਼ੀ ਹੈ। ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਵੀ ਮਾਂ ਦੇ ਚਰਨੀ ਹੱਥ ਲਾ ਕੇ ਉਹਦੇ ਤੋਂ ਸੀਸ ਲੈਣੀ ਵੀ ਅਸੀਂ ਸਦਾ ਧਰਮ ਕਮਾਈਏ, ਨੇਕੀ ਪਰਉਪਕਾਰ ਕਰੀਏ, ਵਾਹਿਗੁਰੂ ਦਾ ਨਾਮ ਜਪੀਏ, ਕਦੇ ਵੀ ਗਲਤ ਮਾੜੀ ਸੰਗਤ ਵੱਲ ਨੂੰ ਨਾ ਤੁਰੀਏ। ਇਹ ਮਾਂ ਦੀ ਜਿਹੜੀ ਅਰਦਾਸ ਹੈ ਇਹ ਬੜੀ ਵੱਡੀ ਮਹਾਨਤਾ ਰੱਖਦੀ ਹੈ ਤੇ ਮਾਂ ਸਦਾ ਹੀ ਆਪਣੇ ਧੀਆਂ ਪੁੱਤਰਾਂ ਦਾ ਸੁੱਖ ਚਾਹੁੰਦੀ ਹੈ। ਤੋ ਇਸੇ ਭਾਵਨਾ ਦੇ ਸਹਿਤ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਥਾਏ ਜਗਤ ਦੇ ਮਾਲਕ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਾਲੇ ਪਾਸੇ ਬੈਠ ਕੇ ਜਦੋਂ ਮਹਾਰਾਜ ਜੀ ਪ੍ਰਸ਼ਾਦਾ ਛਕ ਰਹੇ ਨੇ, ਮਾਤਾ ਨਾਨਕੀ ਦੀ ਵਾਰ-ਵਾਰ ਬੇਨਤੀ ਕਰੀ ਜਾ ਰਹੇ ਨੇ, ਮਹਾਰਾਜ ਇਹ ਤੁਹਾਡਾ ਪੁੱਤਰ ਕਿਸੇ ਨਾਲ ਬੋਲਦਾ ਹੀ ਨਹੀਂ, ਇਹਨੂੰ ਕੋਈ ਬਹੁਤੀ ਕਾਰਜਾਂ ਦੀ ਸਮਝ ਹੀ ਨਹੀਂ, ਇਹ ਤਾਂ ਇੱਕ ਰਸ ਰਹਿੰਦੇ ਹਨ, ਇਹਨਾਂ ਦਾ ਨਿਰਵਾਹ ਕਿਵੇਂ ਹੋਵੇਗਾ। ਜੇ ਤੁਸੀਂ ਸੱਚਖੰਡ ਨੂੰ ਜਾਣ ਦਾ ਭਾਣਾ ਵਰਤਾ ਦਿੱਤਾ, ਅਸੀਂ ਫੇਰ ਵੀ ਜਿਹੜਾ ਬਾਅਦ ਦੇ ਵਿੱਚ ਵੀ ਸਾਡਾ ਮਰਨ ਹੋਵੇਗਾ, ਇਸ ਕਰਕੇ ਅਸੀਂ ਪਹਿਲਾਂ ਤੁਹਾਡਿਆਂ ਜਿਉਂਦੇ ਜੀ ਕਿ ਤੁਹਾਡੇ ਹੁੰਦਿਆਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ। ਜੋ ਵੀ ਵਸਤੂ ਦੀ ਲੋੜ ਹੁੰਦੀ ਸੀ ਉਹ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ਦੇ ਸੀ, ਪਰ ਤੁਹਾਡੇ ਜਾਣ ਤੋਂ ਬਾਅਦ ਸਾਡਾ ਗੁਜ਼ਾਰਾ ਬੜਾ ਮੁਸ਼ਕਲ ਹੋਵੇਗਾ। ਕਿਉਂਕਿ ਇੱਕ ਪਾਸੇ ਜਿਹੜਾ ਕਰਤਾਰਪੁਰ ਨਗਰ ਜਲੰਧਰ ਦੇ ਨੇੜੇ, ਉੱਥੇ ਤੁਹਾਡਾ ਜਿਹੜਾ ਵੱਡਾ ਪੋਤਰਾ ਧੀਰਮਲ ਉਹ ਮਾਲਕ ਬਣ ਕੇ ਬੈਠਾ ਹੈ ਤੇ ਉਹ ਸਾਨੂੰ ਉੱਥੇ ਨਹੀਂ ਆਉਣ ਦੇਵੇਗਾ। ਇੱਧਰ ਕੀਰਤਪੁਰ ਸਾਹਿਬ ਜੀ ਵਿਖੇ ਇਹ ਗੁਰਤਾ ਗੱਦੀ ਦਾ ਸਿੰਘਾਸਣ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਪ੍ਰਾਪਤ ਕਰ ਲਿਆ, ਅਸੀਂ ਫਿਰ ਕਿੱਥੇ ਜਾਵਾਂਗੇ। ਇਸ ਕਰਕੇ ਅਸੀਂ ਸ਼ਾਮ ਜਾਂ ਸਵੇਰ ਨੂੰ ਚਲਾਣਾ ਹੀ ਕਰ ਜਾਵਾਂਗੇ। ਇੱਦਾਂ ਸਾਧ ਸੰਗਤ ਨੇਤਰਾਂ ਦੇ ਵਿੱਚੋਂ ਜਦੋਂ ਜਲ ਬਿਹਾ,
ਫਿਰ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹਿਰਦਾ ਦਰਵਿਆ ਗਿਆ। ਫਿਰ ਸਤਿਗੁਰੂ ਜੀ ਨੇ ਜਦੋਂ ਭੋਜਨ ਛਕ ਕੇ ਜਲ ਵਰਤਿਆ, ਹੱਥ ਸੁੱਚੇ ਕੀਤੇ, ਜਿਸ ਰੁਮਾਲ ਦੇ ਨਾਲ ਮਹਾਰਾਜ ਦੀ ਹੱਥ ਪੂੰਝ ਰਹੇ ਹਨ। ਆਓ ਜਿਵੇਂ ਹੁਣ ਅੱਗੇ ਕਥਾ ਆ ਰਹੀ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਇਹ ਵਚਨ ਕਰਦੇ ਹਨ। ਪ੍ਰੇਮ ਦੇ ਸਹਿਤ ਸਤਿਗੁਰਾਂ ਦੇ ਪਵਿੱਤਰ ਗੁਰੂ ਕੇ ਇਤਿਹਾਸ ਦੀ ਕਥਾ ਨੂੰ ਸਰਵਣ ਕਰੀਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁ ਪਰਿਵਾਰ ਜਾਨ ਜੰਜਾਰ। ਇਦਾਂ ਸਾਧ ਸੰਗਤ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਵਿਚਾਰਿਆ ਚੰਗੀ ਤਰ੍ਹਾਂ ਵੀ ਅਸੀਂ ਤਾਂ ਪਹਿਲਾਂ ਵੀ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਵੱਡੀ ਸਮਰੱਥਾ ਵਾਲੇ ਹੋਣਗੇ। ਇਹਨਾਂ ਦੇ ਅੱਗੇ ਅਰਦਾਸਾਂ ਕਰਨ ਦੇ ਨਾਲ ਸਿੱਖਾਂ ਦੇ ਡੁੱਬਦੇ ਬੇੜੇ ਪਾਰ ਲੱਗਣਗੇ। ਸਾਰੀਆਂ ਹੀ ਬਰਕਤਾਂ ਬਖਸ਼ਿਸ਼ਾਂ ਸਿੱਖਾਂ ਨੂੰ ਪ੍ਰਾਪਤ ਹੋਣਗੀਆਂ। ਪਰ ਮਾਤਾ ਨਾਨਕੀ ਜੀ ਸਾਡੇ ਬਚਨਾਂ 'ਤੇ ਅਜੇ ਨਿਸ਼ਚਾ ਨਹੀਂ ਕਰ ਰਹੇ। ਤੋ ਫਿਰ ਸਤਿਗੁਰੂ ਜੀ ਨੇ ਪਰਿਵਾਰਾਂ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਚਾਰਦਿਆਂ ਨਹਿ ਸਮਝਤ ਇਹ ਹਿਰਦੇ ਮੰਝਾਰ। ਜਿੰਨਾ ਚਿਰ ਤੱਕ ਮਾਂ ਦੇ ਸਨਮੁਖ ਉਹਦਾ ਪੁੱਤਰ ਕਿਸੇ ਮੁਕਾਮ ਤੇ ਪਹੁੰਚ ਨਹੀਂ ਜਾਂਦਾ, ਉਹਨਾਂ ਚਿਰ ਤੱਕ ਉਹਦੀ ਭਾਵਨਾ ਵੀ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਇਸੇ ਤਰ੍ਹਾਂ ਬਣੀ ਰਹਿੰਦੀ ਹੈ। ਇਸ ਕਰਕੇ ਅਜੇ ਮਾਤਾ ਨਾਨਕੀ ਜੀ ਨਹੀਂ ਸਮਝਣਗੇ। ਪੁੱਤੋ ਰੁਮਾਲ ਪਹੁੰਚਤੇ ਹਾਥ। ਨਾਲੇ ਸਤਿਗੁਰੂ ਜੀ ਇਹ ਵਿਚਾਰ ਰਹੇ ਨੇ, ਨਾਲੇ ਰੁਮਾਲ ਦੇ ਨਾਲ ਪ੍ਰਸ਼ਾਦਾ ਛਕਣ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਹੱਥ ਪੂੰਝ ਰਹੇ ਹਨ। ਸੋ ਇਕੱਠੋ ਕਰ ਕੈ ਤਬ ਨਾਥ। ਜਿਸ ਰੁਮਾਲ ਦੇ ਨਾਲ ਮਹਾਰਾਜ ਜੀ ਹੱਥ ਸਾਫ਼ ਕਰ ਰਹੇ ਨੇ, ਉਹ ਰੁਮਾਲ ਜਗਤ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਠਾ ਕਰਕੇ ਝੋਰੀ ਵਿਖੇ ਡਾਰ ਸੋ ਦੀਨ। ਆਖਿਆ ਵੀ ਐ ਸ੍ਰੀ ਨਾਨਕੀ ਜੀ ਆਪਣੀ ਝੋਲੀ ਅੱਗੇ ਕਰੋ। ਜਦੋਂ ਬੀਬੀ ਨਾਨਕੀ ਜੀ ਨੇ ਝੋਲੀ ਆਪਣੇ ਪਤੀ ਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਕੀਤੀ, ਸਤਿਗੁਰਾਂ ਨੇ ਉਹ ਰੁਮਾਲ ਬੀਬੀ ਨਾਨਕੀ ਜੀ ਦੀ ਝੋਲੀ ਵਿੱਚ ਪਾਇਆ ਹੈ। ਕੁਸ਼ਕ ਕੋਪ ਤੇ ਬੋਲਨ ਕੀਨ। ਅਤੇ ਨਾਲ ਹੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲਣ ਲੱਗੇ ਹਨ। ਚਹਿਤ ਰਹਿਤ ਜਿਹ ਕਹਿਤ ਵਿਸਾਲਾ। ਮਹਾਰਾਜ ਜੀ ਕਹਿਣ ਲੱਗੇ ਵੀ ਇਹ ਸ਼੍ਰੀ ਨਾਨਕੀ ਜੀ ਤੁਸੀਂ ਸਾਨੂੰ ਬਹੁਤਾ ਹੀ ਕਹਿੰਦੇ ਰਹੇ ਹੋ, ਵਾਰ-ਵਾਰ ਕਹੀ ਜਾਂਦੇ ਰਹੇ ਜਿੰਨਾ ਚਿਰ ਤੱਕ ਅਸੀਂ ਵੀ ਇਹ ਤੁਹਾਡੇ ਸਨਮੁਖੇ ਵਚਨ ਕੀਤੇ ਨਹੀਂ, ਵੀ ਤੁਸੀਂ ਸਾਨੂੰ ਬਹੁਤਾ ਹੀ ਕਿਹਾ ਵੀ ਸਾਡਾ ਪੁੱਤਰ ਬੜੇ ਭੋਲੇ ਸੁਭਾਅ ਵਾਲਾ ਹੈ, ਇਹਨਾਂ ਦਾ ਕਿੱਦਾਂ ਗੁਜ਼ਰਾਨ ਚੱਲੇਗਾ। ਇਸ ਕਰਕੇ ਤੁਸੀਂ ਸਾਨੂੰ ਬਹੁਤਾ ਹੀ ਇਹ ਕਿਹਾ ਵੀ ਗੁਰਤਾ ਗੱਦੀ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤੀ ਜਾਵੇ। ਸੋ ਗੁਰਤਾ ਲੀਜੈ ਇਸ ਕਾਲਾ। ਇਹ ਗੁਰਤਾ ਗੱਦੀ ਦਾ ਸਿੰਘਾਸਣ ਤੁਸੀਂ ਲੈਣਾ ਕਰੋ। ਨਾਲ ਹੀ ਰੁਮਾਲ ਝੋਲੀ ਵਿੱਚ ਪਾਇਆ ਅਤੇ ਨਾਲ ਹੀ ਇਹ ਵਚਨ ਕੀਤੇ ਵੀ ਆਹ ਲਓ ਗੁਰਤਾ ਗੱਦੀ ਦਾ ਸਿੰਘਾਸਣ। ਹਮ ਕੋ ਕਾਇਲ ਕਰ ਤੈ ਲੀਨ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਮਾਤਾ ਨਾਨਕੀ ਜੀ ਤੁਸੀਂ ਸਾਨੂੰ ਮਨਾ ਹੀ ਲਿਆ, ਕਿਉਂਕਿ ਸਾਧ ਸੰਗਤ ਇੱਕ ਇਹ ਪਤੀ ਬਰਤਾ ਧਰਮ ਦੇ ਵਿੱਚ ਪ੍ਰਪੱਕ ਸੁਹਾਗਣ ਇਸਤਰੀ ਦੀ ਭਾਵਨਾ, ਇਹ ਗੁਣ ਵੀ ਉਹ ਕਿਵੇਂ ਆਪਣੇ ਪਤੀ ਦੇਵ ਨੂੰ ਰਝਾਉਂਦੀ ਹੈ, ਪਰਮਾਤਮਾ ਨੂੰ ਕਿਵੇਂ ਪ੍ਰਸੰਨ ਕਰਨਾ ਹੈ, ਉਹ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਉਹ ਵਚਨ ਵਰਤੇ ਹਨ। ਤੋ ਸ਼੍ਰੀ ਨਾਨਕੀ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ ਵੀ ਤੁਸੀਂ ਸਾਨੂੰ ਇਹ ਜਿਹੜਾ ਵਰਦਾਨ ਦੇਣ ਵਾਸਤੇ ਮਨਾ ਲਿਆ, ਰਝਾ ਲਿਆ ਹੈ। ਸੰਕਟ ਸਹਿਤ ਹੋਏ ਜਸ ਪੀਨ। ਪਰ ਇੱਕ ਗੱਲ ਯਾਦ ਰੱਖੋ ਵੀ ਜੇ ਤੁਸੀਂ ਇਹ ਗੁਰਤਾ ਗੱਦੀ ਦਾ ਵਰ ਲਿਆ ਹੈ, ਇਹ ਜਿੱਥੇ ਗੁਰਤਾ ਗੱਦੀ ਦੇ ਸਿੰਘਾਸਣ ਤੇ ਬਿਰਾਜਮਾਨ ਹੋਣਗੇ ਉੱਥੇ ਇਹਨਾਂ ਨੂੰ ਵੱਡੀਆਂ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ, ਜੋ ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ। ਗੁਰਤਾ ਪਾਏ ਕਸ਼ਟ ਕੋ ਧਾਰੈ ਹੈ। ਇਹ ਗੁਰਤਾ ਗੱਦੀ ਦੇ ਸਿੰਘਾਸਣ ਨੂੰ ਪ੍ਰਾਪਤ ਕਰਕੇ ਵੱਡੀਆਂ ਜਿਹੜੀਆਂ ਫਿਰ ਕੁਰਬਾਨੀਆਂ ਕਰਨਗੇ, ਵੱਡੀ ਘਾਲਣਾ ਘਾਲਣਗੇ। ਅਨੇਕ ਬਖੇਰੇ ਉਠੇ ਨਾ ਟਾਰੈ ਹੈ। ਅਤੇ ਅਨੇਕਾਂ ਬਖੇਰੇ ਝਗੜੇ ਵੀ ਉੱਠਣਗੇ
ਅਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਝਗੜਾ ਕਲੇਸ਼ਾਂ ਨੂੰ, ਦੁੱਖਾਂ ਨੂੰ ਟਾਲਣਗੇ, ਵੀ ਮਾਨਵਤਾ ਦਾ ਭਾਰ ਦੀਨ ਦੁਨੀਆ ਦੇ ਥੰਮ ਬਣ ਕੇ ਖਲੋਣਗੇ, ਲੁਕਾਈ ਦਾ ਭਾਰ ਆਪਣੇ ਸਿਰ ਤੇ ਚੁੱਕਣਗੇ। ਸਾਧ ਸੰਗਤ, ਇਹ ਸਤਿਗੁਰੂ ਜੀ ਇਸ਼ਾਰਾ ਕਰ ਰਹੇ ਹਨ ਵੀ ਹਿੰਦੁਸਤਾਨ ਦੇ ਅੰਦਰ ਫਿਰ ਇਹ ਧਰਮ ਨੂੰ ਪਰਪੱਕ ਰੱਖਣ ਵਾਸਤੇ ਜਿਵੇਂ ਗੁਰਮੁਖ ਪਿਆਰਿਆਂ ਨੇ ਵਚਨ ਕੀਤੇ ਹਨ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਰੱਖਿਅਕ ਸਤਿਗੁਰੂ ਜੀ ਪ੍ਰਗਟ ਹੋਏ, ਜਿਨ੍ਹਾਂ ਨੇ ਧਰਮ ਦੀ ਪ੍ਰਤਿਪਾਲਨਾ ਕਰਨੀ ਹੈ, ਧਰਮ ਨੂੰ ਕਾਇਮ ਰੱਖਣਾ ਹੈ ਔਰ ਆਪਣਾ ਸੀਸ ਵੀ ਵਾਰ ਦੇਣਾ, ਕੁਰਬਾਨ ਕਰ ਦੇਣਾ। ਕਹਿੰਦੇ ਇਹ ਫਿਰ ਅਨੇਕਾਂ ਬਖੇੜੇ ਜਿਹੜੇ ਉੱਠਣਗੇ ਉਹਨਾਂ ਨੂੰ ਟਾਲਣਗੇ। ਸਹਿ ਸਰੀਰ ਪਰ ਬਿਗਨ ਅਨੇਕ, ਅਤੇ ਅਨੇਕਾਂ ਜਿਹੜੇ ਵਿਘਨ ਹਨ ਆਪਣੇ ਸਰੀਰ ਤੇ ਸਹਾਰਨਗੇ। ਤਬ ਸੁਤ ਰਾਖੇ ਗੁਰਤਾ ਟੇਕ, ਇਸ ਤਰ੍ਹਾਂ ਕਹਿਣ ਲੱਗੇ ਵੀ ਤੁਹਾਡੇ ਸੁਪੁੱਤਰ ਸਾਹਿਬਜ਼ਾਦੇ ਆ ਬੀਬੀ ਨਾਨਕੀ, ਜੋ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਉਹ ਗੁਰਤਾ ਗੱਦੀ ਦੇ ਸਿੰਘਾਸਣ ਤੇ ਬਿਰਾਜਮਾਨ ਹੋਣਗੇ ਅਤੇ ਮਾਨਵਤਾ ਦਾ ਭਾਰ ਆਪਣੇ ਸਿਰ ਤੇ ਸਹਾਰਨਗੇ। ਪੁੰਨ ਪੋਤਰਾ ਤੁਵ ਹੋਏ ਗੁਰ ਭਾਰੀ, ਅਤੇ ਫਿਰ ਤੁਹਾਡੇ ਘਰ ਦੇ ਵਿੱਚ ਬਹੁਤ ਤੇਜ ਪ੍ਰਤਾਪ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਜਿਹੜੇ ਪੋਤਰੇ ਹਨ, ਵਹਿ ਪ੍ਰਗਟਿਓ ਮਰਦੇ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ਼ਾਰਾ ਕੀਤਾ ਗੁਰੂ ਕਲਗੀਧਰ ਸਾਹਿਬ ਜੀ ਵੱਲ ਵੀ ਜਿਹੜੇ ਤੁਹਾਡੇ ਪੋਤਰੇ ਹੋਣਗੇ ਉਹ ਵੀ ਬੜੇ ਭਾਰੀ ਤੇਜ ਪ੍ਰਤਾਪ ਵਾਲੇ ਹੋਣਗੇ। ਸਹੇ ਕਸ਼ਟ ਜੇ ਅਨੇਕ ਪ੍ਰਕਾਰੀ, ਅਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਭਾਵ ਵੀ ਵੱਡੀਆਂ ਜੰਗਾਂ ਉਹਨਾਂ ਨੂੰ ਲੜਨੀਆਂ ਪੈਣਗੀਆਂ, ਜ਼ੁਲਮ ਦਾ ਨਾਸ ਉਹ ਆਪਣੀ ਤੇਗ ਦੇ ਨਾਲ ਕਰਨਗੇ। ਜਿਵੇਂ ਆਪ ਸਤਿਗੁਰਾਂ ਨੇ ਆਖਿਆ ਨਾ ਵੀ ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਆਂ ਪਗਰ ਪਛਾਰੋ। ਵੀ ਧਰਮ ਦੀ ਨੀਂਹ ਪੱਕੀ ਕਰਨ ਵਾਸਤੇ ਅਤੇ ਜ਼ਾਲਮਾਂ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀ ਡਿਊਟੀ ਲਾਈ ਹੈ ਵੀ ਜਹਾਂ ਤਹਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਆਂ ਪਗਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਇਹ ਧਰਮ ਦਾ ਜਿਹੜਾ ਹੈ ਮਾਰਗ ਅਸੀਂ ਚਲਾਉਣ ਵਾਸਤੇ ਇਹ ਸਾਧ ਸੰਗਤ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੀ ਸੰਗਤ ਪਾਰਿ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵੀ ਸਤਿਗੁਰੂ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਇੱਕ ਨਿਰਮਲ ਪੰਥ ਚਲਾਇਆ। ਇੱਦਾਂ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਮਾਰਿਆ ਸਿੱਕਾ ਜਗਤ ਵਿੱਚ ਵੀ ਮਹਾਰਾਜ ਜੀ ਨੇ ਨਿਰਮਲ ਪੰਥ ਦਾ ਜਿਹੜਾ ਮਾਰਗ ਆਰੰਭ ਕਰ ਦਿੱਤਾ। ਫਿਰ ਭੱਟ ਸਾਹਿਬਾਨਾਂ ਨੇ ਇਹ ਸੰਗਤ ਦੀ ਪੰਥ ਦੀ ਵਡਿਆਈ ਕਰਦਿਆਂ ਆਖਿਆ ਵੀ ਇੱਕ ਹੀ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਵੀ ਉਹ ਕਿਹੜਾ ਪੰਥ ਹੈ ਜਿਹੜਾ ਮਹਾਨ, ਇਹ ਸਤ ਸੰਗਤ ਦਾ ਜਿਹੜਾ ਰਸਤਾ ਹੈ ਮਹਾਰਾਜ ਜੀ ਨੇ ਬਖਸ਼ਿਆ ਵੀ ਗੁਰੂ ਕੇ ਚਰਨਾਂ ਦੇ ਵਿੱਚ ਇਕੱਠੇ ਹੋ ਕੇ ਜੁੜ ਕੇ ਅਸੀਂ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰਨਾ, ਗੁਰੂ ਦੇ ਬਚਨਾਂ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਤੇ ਸੰਗਤ ਵਿੱਚ ਆ ਕੇ ਗੁਰੂ ਦੀ ਮੱਤ ਧਾਰਨ ਕਰਨੀ। ਮਹਾਰਾਜ ਜੀ ਕਹਿੰਦੇ ਗੁਰ ਕੀ ਮੱਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਵੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਉਹ ਫਿਰ ਇੱਥੇ ਡੁੱਬ ਜਾਂਦੇ ਹਨ, ਇੱਥੇ ਜਿਹੜਾ ਗਲ ਸੜ ਜਾਂਦੇ ਹਨ। ਵੀ ਗੁਰੂ ਦੀ ਮੱਤ ਹੀ ਜੀਵ ਦਾ ਭਲਾ ਕਰਦੀ ਹੈ। ਸੋ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਹ ਸਤ ਸੰਗਤ ਦਾ ਜਿਹੜਾ ਪੰਥ ਹੈ ਇਹ ਸ਼੍ਰੋਮਣੀ ਪੰਥ ਹੈ, ਮਹਾਨ ਰਸਤਾ ਹੈ। ਇਹਦੇ ਵਿੱਚ ਆਣ ਕੇ ਜਿਹੜਾ ਵੀ ਮਿਲਦਾ ਹੈ ਉਹਨੂੰ ਫਿਰ ਜਮਾਂ ਦਾ ਤਰਾਸ ਨਾਮ ਡਰਦਾ, ਉਹਦੇ ਮਨ ਦੇ ਵਿੱਚੋਂ ਜਮਾਂ ਦਾ ਡਰ ਮਿਟ ਜਾਂਦਾ। ਤੇ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਕਹਿੰਦੇ ਪੰਥ ਦੇ ਵਿੱਚ ਭਾਵੇਂ ਕੋਈ ਸਾਧੂ ਆਣ ਕੇ ਮਿਲ ਜਾਵੇ, ਭਾਵੇਂ ਕੋਈ ਨੇਕੀ ਪਰਉਪਕਾਰ ਕਰਨ ਵਾਲਾ ਆ ਜਾਵੇ ਤੇ ਸਾਧ ਸੰਗਤ ਮਾਫ ਕਰਨਾ, ਚਾਹੇ ਕੋਈ ਮਾੜੇ ਕਰਮ ਕਰਨ ਵਾਲਾ, ਠੱਗੀ ਚੋਰੀ ਕਰਨ ਵਾਲਾ ਆਣ ਕੇ ਵੀ ਬੈਠ ਜਾਵੇ ਤੇ ਮਹਾਰਾਜ ਜੀ ਕਹਿੰਦੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਗਿਆ
ਇਹ ਪੰਥ ਵਿੱਚ ਆਣ ਕੇ ਸ਼ਾਮਲ ਹੋ ਗਿਆ, ਉਹਦਾ ਪਾਰ ਉਤਾਰਾ ਹੀ ਹੁੰਦਾ ਹੈ। ਇਹ ਪੰਥ ਮਹਾਰਾਜ ਜੀ ਨੇ ਪਹਿਲਾਂ ਹੀ ਆਰੰਭ ਕੀਤਾ, ਫਿਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਖੰਡੇ ਬਾਟੇ ਦੀ ਪੌਲ ਛਕਾਈ, ਅੰਮ੍ਰਿਤ ਦੀ ਦਾਤ ਦਿੱਤੀ ਤੇ ਸਤਿਗੁਰੂ ਜੀ ਨੇ ਸਰੂਪ ਬਖਸ਼ਿਸ਼ ਕੀਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਇਹ ਪੰਥ ਦੇ ਵਿੱਚ ਤੁਸੀਂ ਜੁੜੇ ਰਹਿਣਾ, ਤੁਹਾਡਾ ਪਾਰ ਉਤਾਰਾ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕਰਨੀ, ਬਾਣੀ ਪੜ੍ਹਨੀ, ਗੁਰਸਿੱਖ ਸੰਗਤਾਂ ਦੇ ਵਿੱਚ ਸਦਾ ਅਸੀਂ ਮਿਲ ਕੇ ਰਹਿਣਾ। ਉਹ ਫਿਰ ਜਿਹੜਾ ਇਹ ਮਹਾਰਾਜ ਜੀ ਦਾ ਇਹ ਸਾਜਿਆ ਨਿਵਾਜਿਆ ਪੰਥ ਹੈ, ਕਲਗੀਧਰ ਮਹਾਰਾਜ ਜੀ ਵੱਲ ਇਹ ਛੇਵੇਂ ਪਾਤਸ਼ਾਹ ਇਸ਼ਾਰਾ ਕਰ ਰਹੇ ਹਨ ਵੀ ਉਹ ਇਹ ਮਹਾਨ ਪੰਥ ਜਿਹੜਾ ਹੈ ਇਹ ਪ੍ਰਗਟ ਕਰਨਗੇ, ਪ੍ਰਤਾਪ ਵਧਾਉਣਗੇ, ਭਾਵ ਵੀ ਇਹ ਨਵਾਂ ਸਰੂਪ ਬਖਸ਼ਣਗੇ ਤੇ ਕਸ਼ਟ ਜਿਹੜੇ ਹਨ ਕਈ ਤਰ੍ਹਾਂ ਦੇ ਲਈ, ਭਾਵ ਵੀ ਜੂਝਦਿਆਂ ਹੋਇਆਂ ਕਸ਼ਟਾਂ ਦਾ ਸਾਹਮਣਾ ਕਰਦਿਆਂ ਜ਼ੁਲਮ ਦਾ ਨਾਸ ਕਰਨਗੇ। ਸੁਨਤ ਨਾਨਕੀ ਝੋਰੀ ਪਾਏ। ਇਹ ਤਾਂ ਸਤਿਗੁਰਾਂ ਦੇ ਭਜਨ ਸੁਣਦੇ ਆ, ਮਾਤਾ ਨਾਨਕੀ ਜੀ ਨੇ ਉਹ ਰੁਮਾਲ ਝੋਲੀ ਵਿੱਚ ਪਵਾਇਆ ਹੈ। ਸੋ ਰੁਮਾਲ ਲੀਨੋ ਤਨ ਲਾਏ। ਅਤੇ ਰੁਮਾਲ ਲਿਆ, ਨਿਸ਼ਚਾ ਹੋ ਗਿਆ ਵੀ ਜੋ ਬਚਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਹੋਏ ਹਨ ਇਹ ਸੱਤ ਹੋਣਗੇ। ਇਹ ਗੁਰਤਾ ਗੱਦੀ ਦਾ ਸਿੰਘਾਸਣ ਸਾਡੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਾਪਤ ਹੋਵੇਗਾ। ਉਹ ਰੁਮਾਲ ਨੂੰ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਸ੍ਰੀ ਨਾਨਕੀ ਜੀ ਨੇ ਝੋਲੀ ਵਿੱਚ ਪਵਾਇਆ, ਮਸਤਕ ਦੇ ਨਾਲ ਲਾਇਆ, ਆਪਣੇ ਸਰੀਰ ਦੇ ਨਾਲ ਸੁਹਾਇਆ ਹੈ। ਹਾਥ ਬੰਦ ਗੁਰ ਦੇਸ਼ ਕਰ ਬੰਦਨ। ਅਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵੱਲ ਨਮਸਕਾਰ ਕੀਤੀ ਹੈ। ਨਿਸ਼ਚੇ ਕੀਨ ਹੋਏ ਗੁਰ ਨੰਦਨ। ਇਹ ਨਿਸ਼ਚਾ ਕਰ ਲਿਆ, ਭਰੋਸਾ ਕਰ ਲਿਆ ਵੀ ਮੇਰੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਪਦਵੀ ਨੂੰ ਪ੍ਰਾਪਤ ਕਰਨਗੇ, ਵੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਸਨਾ ਤੋਂ ਆਖਿਆ। ਕਿਉਂਕਿ ਸਾਧ ਸੰਗਤ ਤੇ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਇਹ ਸਾਡੇ ਅੰਦਰ ਭਾਵਨਾ, ਸ਼ਰਧਾ, ਪ੍ਰੇਮ ਵਧਾਉਣ ਵਾਲੀ ਹੈ। ਵੀ ਗੁਰੂ ਸਾਹਿਬ ਦੇ ਜਿਹੜੇ ਭਜਨ ਹਨ ਵੀ ਅਟਲ ਭਜਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਵੀ ਜੋ ਵੀ ਸਤਿਗੁਰਾਂ ਦੇ ਭਜਨ ਹਨ ਉਹ ਸਦਾ ਹੀ ਵਰਤ ਰਹੇ ਨੇ, ਸੱਚ ਹੋ ਰਹੇ ਹਨ। ਇਸ ਕਰਕੇ ਭਾਵਨਾ ਨਿਸ਼ਚੇ ਦੇ ਨਾਲ ਸਦਾ ਹੀ ਝੋਲੀ ਸਤਿਗੁਰਾਂ ਦੇ ਅੱਗੇ ਅੱਡਣੀ, ਕਦੇ ਆਪਣੇ ਨਿਸ਼ਚੇ ਨੂੰ ਡੋਲਣ ਨਹੀਂ ਦੇਣਾ। ਅੱਜ ਕੱਲ੍ਹ ਮਾਫ ਕਰਨਾ ਸਾਧ ਸੰਗਤ, ਕਈ ਵਾਰਾਂ ਇਹ ਸੋਸ਼ਲ ਮੀਡੀਆ 'ਤੇ ਆਪਾਂ ਵੇਖਦੇ ਹਾਂ ਵੀ ਸਾਡੇ ਜਿਹੜੇ ਵੀਰ ਭਰਾ ਉਹਨਾਂ ਨੇ ਸਿਰਾਂ 'ਤੇ ਦਸਤਾਰਾਂ ਵੀ ਸਜਾਈਆਂ ਹੁੰਦੀਆਂ ਹਨ ਅਤੇ ਹੋਰ ਹੀ ਪਖੰਡ ਵਾਲੇ ਪਾਸੇ ਨੂੰ ਤੁਰੇ ਫਿਰਦੇ ਹਨ ਜੀ, ਸਾਨੂੰ ਇੱਧਰੋਂ ਆਹ ਮਿਲ ਗਿਆ, ਉੱਧਰੋਂ ਆਹ ਮਿਲ ਗਿਆ। ਪਰ ਸਾਧ ਸੰਗਤ ਮਾਫ ਕਰਨਾ ਵੀ ਜਿਹਦੀ ਆਸ ਸਤਿਗੁਰਾਂ ਦੇ ਚਰਨਾਂ ਵਿੱਚੋਂ ਪੂਰੀ ਨਹੀਂ ਹੋਈ ਉਹ ਦਰ ਦਰ 'ਤੇ ਫਿਰ ਧੱਕੇ ਖਾਂਦਾ ਫਿਰੇਗਾ, ਵੀ ਉਹਨੂੰ ਕਿਤੇੋਂ ਕੁਝ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਜਿਵੇਂ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ, ਕਵਿਤਾ ਦੇ ਵਿੱਚ ਸਮਝਾਇਆ ਹੈ, ਉਹ ਕਹਿਣ ਲੱਗੇ ਵੇਖੋ ਜਦੋਂ ਵੀ ਸਿੱਖ ਨੇ ਸਹਾਰਾ ਲੈਣਾ ਹੈ ਵੀ ਜੀਵਨ ਦੇ ਵਿੱਚ ਸਹਾਰੇ ਦੀ ਲੋੜ ਹੈ ਤੇ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਲੈਣਾ, ਗੁਰੂ ਕੇ ਚਰਨਾਂ ਦਾ ਲੈਣਾ, ਆਪਣੇ ਨਿਹਚੇ ਨੂੰ ਕਦੀ ਡੋਲਣ ਨਹੀਂ ਦੇਣਾ। ਤੋ ਭਾਈ ਗੁਰਦਾਸ ਸਾਹਿਬ ਜੀ ਇਹ ਲਿਖਦੇ ਹਨ ਵੀ ਵੇਖੋ ਜਿਵੇਂ ਆਕਾਸ਼ ਦੇ ਵਿੱਚੋਂ ਡਿੱਗਣ ਵਾਲਾ ਹਵਾ ਦਾ ਸਹਾਰਾ ਲਵੇ ਉਹ ਕਦੀ ਬਚ ਨਹੀਂ ਸਕਦਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਕੋਈ ਅੱਗ ਦੀ ਲਪੇਟ ਵਿੱਚ ਆ ਜਾਵੇ ਉਹ ਧੂਵੇਂ ਦਾ ਸਹਾਰਾ ਲੈ ਕੇ ਪਾਰ ਨਹੀਂ ਨਿਕਲ ਸਕਦਾ। ਇਸੇ ਤਰ੍ਹਾਂ ਕੋਈ ਸਾਗਰ ਸਮੁੰਦਰ ਦੇ ਵਿੱਚ ਡੁੱਬਣ ਲੱਗ ਪਵੇ ਉਹ ਝੱਗਦਾ ਬੁਲਬੁਲਿਆਂ ਦਾ ਸਹਾਰਾ ਲੈ ਕੇ ਪਾਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪੂਰਨ ਗੁਰੂ ਦਾ ਦਰ ਛੱਡ ਕੇ ਸਤਿਗੁਰਾਂ ਦੇ ਉੱਪਰੋਂ ਭਰੋਸਾ ਹਟਾ ਕੇ ਕੋਈ ਜਿੱਧਰ ਮਰਜ਼ੀ ਤੁਰਿਆ ਫਿਰੇ ਉਹ ਤੇ ਇਸ ਤਰ੍ਹਾਂ ਜਿਵੇਂ ਆਕਾਸ਼ ਦੇ ਵਿੱਚੋਂ ਡਿੱਗਣ ਵਾਲਾ ਹਵਾ ਦਾ ਸਹਾਰਾ ਲੈਂਦਾ ਹੈ, ਅੱਗ ਦੇ ਵਿੱਚ ਸੜਨ ਵਾਲਾ ਜਿਵੇਂ ਧੂਵੇਂ ਦਾ ਸਹਾਰਾ ਲੈਂਦਾ ਹੈ, ਅਤੇ ਪਾਣੀ ਵਿੱਚ ਡੁੱਬਣ ਵਾਲਾ ਜਿਵੇਂ ਝੱਗ ਦਾ ਸਹਾਰਾ ਲੈਂਦਾ ਹੈ। ਭਾਵੀ ਇਹ ਕਦੇ ਵੀ ਪਾਰ ਨਹੀਂ ਹੋ ਸਕਦੇ ਹਨ। ਪਰ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਨਿਹਚਾ ਹੈ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਡੇਗ ਵੀ ਨਹੀਂ ਸਕਦੀ, ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਸਾੜ ਨਹੀਂ ਸਕਦੀ, ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਡੋਬ ਵੀ ਨਹੀਂ ਸਕਦੀ।
ਐਸਾ ਸਾਧ ਸੰਗਤ ਸਿੱਖ ਦੇ ਅੰਦਰ ਨਿਸ਼ਚਾ ਹੋਣਾ ਚਾਹੀਦਾ। ਜਦੋਂ ਰੁਮਾਲ ਦਿੱਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦਾ ਸ਼ੁਕਰ ਕੀਤਾ, ਨਿਸ਼ਚਾ ਕੀਤਾ ਵੀ ਸਾਡੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਗੁਰਤਾ ਗੱਦੀ ਦੇ ਸਿੰਘਾਸਣ ਦੇ ਜ਼ਰੂਰ ਮਾਲਕ ਬਣਨਗੇ। ਸਦਨ ਆਪਣੇ ਬੈਠੀ ਜਾਏ। ਫੇਰ ਨਹੀਂ ਕੋਈ ਦੁਬਾਰਾ ਬਚਨ ਕੀਤਾ, ਕੋਈ ਸ਼ੰਕਾ ਨਹੀਂ ਕੀਤਾ ਵੀ ਮਹਾਰਾਜ ਕਿਤਨਾ ਕੁ ਸਮਾਂ ਲੱਗੇਗਾ। ਫਿਰ ਸ਼ਾਂਤ ਹੋ ਕੇ ਆਪਣੇ ਘਰ ਵਿੱਚ ਬੈਠ ਗਏ ਜਾ ਕੇ। ਸੂਤ ਸੋ ਸਰਬ ਪ੍ਰਸੰਗ ਸੁਨਾਏ। ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਾਰੀ ਵਾਰਤਾ ਦੱਸੀ ਵੀ ਤੁਹਾਡੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਰ ਬਖਸ਼ਿਆ ਹੈ, ਤੁਸੀਂ ਗੁਰਤਾ ਗੱਦੀ ਦੇ ਸਿੰਘਾਸਣ ਦੇ ਮਾਲਕ ਬਣੋਗੇ। ਨਹਿ ਮਨ ਕੁਸ਼ ਸ੍ਰੀ ਤੇਗ ਬਹਾਦਰ। ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਕੈਸਾ ਸੁਭਾਅ ਹੈ ਕਿ ਕੋਈ ਹੁਣ ਜਦੋਂ ਇਹ ਬੰਦਾ ਸੁਣਦਾ ਹੈ ਵੀ ਮੈਨੂੰ ਬੜੀ ਦੌਲਤ ਪ੍ਰਾਪਤ ਹੋ ਗਈ, ਚੰਗਾ ਉਹਦਾ ਪ੍ਰਾਪਤ ਹੋ ਗਿਆ, ਤੇ ਉਹ ਖੁਸ਼ੀਆਂ ਮਨਾਉਂਦਾ। ਜਦੋਂ ਕੋਈ ਨੁਕਸਾਨ ਹੁੰਦਾ ਫਿਰ ਰੋਣ ਲੱਗ ਪੈਂਦਾ ਹੈ। ਪਰ ਸਤਿਗੁਰੂ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਵੀ ਇੱਕ ਰਸ ਜਿਨ੍ਹਾਂ ਦੀ ਸ਼ਾਂਤ ਬਿਰਤੀ ਹੈ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ। ਜਾ ਕੇ ਜਦੋਂ ਮਾਤਾ ਨਾਨਕੀ ਜੀ ਨੇ ਦੱਸਿਆ ਹੈ, ਇਕ ਰਸ ਬ੍ਰਿਤੀ ਅਨਾਦਰ ਸਾਦਰ। ਸੱਚੇ ਪਾਤਸ਼ਾਹ ਜੀ ਐ ਸਮਾਨ ਇੱਕ ਰਸ ਬਿਰਤੀ ਵਿੱਚ ਟਿਕੇ ਨੇ। ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਉਹਨਾਂ ਦਾ ਧਿਆਨ ਜੁੜਿਆ। ਆਪਣੇ ਸੁਭਾਅ ਦੇ ਅਨੁਸਾਰ ਇਹ ਸ਼ਾਂਤੀ ਦੇ ਨਾਲ ਇੱਕ ਰਸ ਹੋ ਕਰਕੇ ਮਹਾਰਾਜ ਜੀ ਬੈਠੇ ਹਨ। ਕੋਈ ਦੁੱਖ ਦੇ ਨਾਲ, ਕੋਈ ਸੁੱਖ ਦੇ ਨਾਲ ਨਹੀਂ ਹੈ। ਕੋਈ ਇਸੇ ਤਰ੍ਹਾਂ ਕੀ ਪ੍ਰਾਪਤ ਹੋ ਰਿਹਾ, ਕੀ ਜਾ ਰਿਹਾ ਹੈ। ਵੀ ਅਸੀਂ ਪੂਰਨ ਪੁਰਸ਼ਾਂ ਦੀ ਜਿਹੜੀ ਅਵਸਥਾ ਹੈ ਇਹ ਬਚਪਨ ਤੋਂ ਹੀ ਸਤਿਗੁਰਾਂ ਦਾ ਐਸਾ ਸੁਭਾਅ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਕਰ ਬਰਸਾਰ। ਇਦਾਂ ਜੋ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਨੇ ਇਹ ਸਾਰਿਆਂ ਨੂੰ ਬੜੇ ਸਾਧ ਸੰਗਤ ਜਿਹੜੇ ਇਹ ਵਰ ਬਖਸ਼ਿਸ਼ ਕੀਤੇ ਆਪਣੇ ਪਰਿਵਾਰ ਨੂੰ। ਮਾਤਾ ਮਰਵਾਹੀ ਜੀ ਦੇ ਕਹਿਣ ਤੇ ਇਹ ਬਾਬਾ ਸੂਰਜ ਮਲ ਜੀ ਨੂੰ ਵਰ ਬਖਸ਼ਿਆ ਵੀ ਇਹਨਾਂ ਦੀ ਸੰਤਾਨ ਬੜੀ ਵਧੇ ਫੁੱਲੇਗੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਪਦਵੀ ਦਾ ਵਰ ਬਖਸ਼ਿਆ ਹੈ। ਕੀਨ ਬਿਲੰਦ ਆਨੰਦ ਜੁਤ ਆਪਣੋ ਸਰਬ ਪਰਿਵਾਰ। ਇਹਦਾ ਮਹਾਰਾਜ ਜੀ ਨੇ ਜਿਹੜਾ ਆਪਣਾ ਪਰਿਵਾਰ ਹੈ ਨਾ ਸਤਿਗੁਰਾਂ ਦਾ, ਉਹਨਾਂ ਨੂੰ ਬੜੀ ਆਨੰਦ ਖੁਸ਼ੀ ਦੇ ਸਹਿਤ ਕਰ ਦਿੱਤਾ। ਮਾਤਾ ਮਰਵਾਈ ਜੀ ਵੀ ਬੜਾ ਖੁਸ਼ ਹਨ ਵੀ ਪਤੀ ਦੇਵ ਸਤਿਗੁਰਾਂ ਨੇ ਸਾਡੇ ਸਾਹਿਬਜ਼ਾਦੇ ਨੂੰ ਇਹ ਵਰ ਬਖਸ਼ੇ ਹਨ। ਤੇ ਮਾਤਾ ਨਾਨਕੀ ਜੀ ਦੇ ਹਿਰਦੇ ਅੰਦਰ ਵੀ ਬੜੀ ਖੁਸ਼ੀ ਹੈ। ਇਹ ਸਾਰੇ ਪਰਿਵਾਰ ਦੇ ਅੰਦਰ ਬੜੀ ਖੁਸ਼ੀ ਵਰ ਮਿਲਣ ਤੇ। ਸੋ ਪਈ ਗੁਰ ਤਨ ਤਜਬੇ ਕੋ ਬੜ ਰੋਰਾ। ਇਧਰ ਸਾਧ ਸੰਗਤ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਤਿਆਗਣ ਦਾ, ਸੱਚਖੰਡ ਗਮਨ ਕਰਨ ਦਾ ਜਿਹੜਾ ਰੌਲਾ ਵਿਚਾਰ ਇਹ ਬੜਾ ਜ਼ੋਰ ਪਾ ਰਹੀ ਵੀ ਸਾਰਿਆਂ ਦੇ ਵਿੱਚ ਇਹ ਵਿਚਾਰ ਚੱਲ ਰਹੀ ਹੈ। ਮਿਲ ਮਿਲ ਕਰੇ ਬੈਠ ਬਹੁ ਠੌਰਾ। ਜਿੱਥੇ ਵੀ ਸਿੱਖ ਬੈਠਦੇ ਇਹੀ ਵਿਚਾਰ ਕਰਦੇ ਵੀ ਹੁਣ ਸਰੀਰ ਕਰਕੇ ਸੱਚੇ ਪਾਤਸ਼ਾਹ ਜੀ ਸੱਚਖੰਡ ਧਾਮ ਨੂੰ ਪ੍ਰਸਥਾਨ ਕਰ ਜਾਣਗੇ, ਚਾਲਾ ਪਾ ਜਾਣਗੇ। ਕਿਉਂਕਿ ਜੋਤ ਉਹਨਾਂ ਨੇ ਆਪਣੀ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਵਿੱਚ ਬਿਰਾਜਮਾਨ ਕਰ ਦਿੱਤੀ ਹੈ। ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਮਾਂ ਵਾਕਾਂ ਅਨੁਸਾਰ ਸੱਚਖੰਡ ਨੂੰ ਗਮਨ ਕਰਨਗੇ। ਆਪ ਅਛਤ ਹੀ ਸਭ ਸਮਝਾਏ। ਕਹਿਣ ਲੱਗੇ ਸਾਧ ਸੰਗਤ ਆਪ ਅਛਤ ਹੀ ਸਭ ਸਮਝਾਏ। ਕਹਿਣ ਲੱਗੇ ਮਹਾਰਾਜ ਜੀ ਨੇ ਆਪ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਨਾਲ ਸਮਝਾਇਆ ਹੈ। ਜਥਾ ਜੋਗ ਪਦ ਕੋ ਗਨ ਪਾਏ। ਕਹਿਣ ਲੱਗੇ ਵੀ ਸਾਰਿਆਂ ਦੀ ਆਪੋ ਆਪਣੀ ਜਿਸ ਤਰ੍ਹਾਂ ਦੀ ਯੋਗਤਾ ਸੀ ਪਰਿਵਾਰ ਦੇ ਜੀਆਂ ਦੀ, ਤਿਵੇਂ ਤਿਵੇਂ ਦੀ ਉਹਨਾਂ ਨੂੰ ਪਦਵੀ ਪ੍ਰਾਪਤ ਹੋਈ ਯੋਗਤਾ ਦੇ ਅਨੁਸਾਰ। ਹਿਰਦਾ ਸ਼ਾਂਤ ਬਰ ਲੈ ਕਰ ਹੋਵਾ। ਹੁਣ ਸਾਰਿਆਂ ਦਾ ਹਿਰਦਾ ਨਾ ਮਹਾਰਾਜ ਜੀ ਤੋਂ ਵਰ ਲੈ ਕੇ ਸ਼ਾਂਤ ਹੋ ਗਿਆ ਵੀ ਸਾਰੇ ਆਪੋ ਆਪਣੇ ਥਾਂ ਪਰ ਥਾਂ ਬੜੀ ਸ਼ਾਂਤੀ ਨਾਲ ਟਿਕ ਕੇ ਬੈਠੇ ਹਨ। ਕਉ ਚਲਨ ਗੁਰ ਕੋ ਢਿਗ ਜੋਵਾ। ਤੈ ਵੀ ਹੁਣ ਚਾਹੁੰਦੇ ਵੀ ਮਹਾਰਾਜ ਜੀਆਂ ਨੇ ਜਿਹੜੇ ਭਜਨ ਕੀਤੇ ਵੀ ਸਤਿਗੁਰੂ ਜੀ ਸੱਚਖੰਡ ਧਾਮ ਨੂੰ ਚਾਲਾ ਪਾ ਰਹੇ ਹਨ,
ਹੁਣ ਸਾਨੂੰ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਣਾ ਚਾਹੀਦਾ ਹੈ। ਪਰਿਓ ਸਰਬ ਪਰਿਵਾਰ ਖਪਾਰੂ। ਇਹ ਸਾਧ ਸੰਗਤ ਪਰਿਵਾਰ ਦੇ ਵਿੱਚ ਖਬਾਰੂ ਜਿਹੜਾ ਹੈ, ਇਹ ਸ਼ੋਭ ਹੈ ਵੀ ਮਹਾਰਾਜ ਦੀ ਹੁਣ ਇੱਕ ਪਾਸੇ ਤਾਂ ਖੁਸ਼ੀ ਵੀ ਹੋ ਰਹੀ, ਵਰ ਮਿਲੇ ਹਨ, ਪਰ ਸਰੀਰ ਕਰਕੇ ਮਹਾਰਾਜ ਜੀ ਸੱਚਖੰਡ ਨੂੰ ਜਾਣਗੇ। ਇਹ ਚੀਜ਼ ਦਾ ਹਿਰਦੇ ਦੇ ਅੰਦਰ ਗਮ ਵੀ ਹੈ। ਸੋਚਤ ਸੋਚਨ ਸੰਕਟ ਭਾਰੂ। ਇਹ ਆਪ ਸੋਚਦੇ ਹਨ, ਵਿਚਾਰਦੇ ਹਨ ਵੀ ਮਹਾਰਾਜ ਜੀ ਦੇ ਜਾਣ ਕਰਕੇ ਵਿਛੋੜੇ ਦਾ ਇਹ ਭਾਰੀ ਸੰਕਟ ਪ੍ਰਾਪਤ ਹੋਵੇਗਾ। ਕਿਸ ਕੋ ਸੁਧ ਕਿਆ ਹੋਏ ਪਿਛਾਰੀ। ਹੁਣ ਵਿਚਾਰਦੇ ਹਨ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਰਬ ਕਲਾ ਸਮਰੱਥ ਹਨ, ਕਿ ਵੱਡੇ ਦਾਤੇ ਹਨ। ਸਾਰੀਆਂ ਇਹਨਾਂ ਨੇ ਵੀ ਜਿਹੜੀਆਂ ਵੀ ਜੋ ਵੀ ਕਾਰਜ ਸਨ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਕੀਤੇ ਹਨ, ਪਰ ਇਹਨਾਂ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਸੰਭਾਲ ਹੋਵੇਗੀ ਸਿੱਖ ਸੰਗਤਾਂ ਦੀ। ਉਤੇ ਸਮਰੱਥ ਲੇਤ ਸੰਭਾਰੀ। ਵੀ ਆਪ ਤਾਂ ਮਹਾਰਾਜ ਜੀ ਸਮਰੱਥ ਹਨ, ਸਾਰਾ ਕੁਝ ਹੀ ਸਾਂਭਣ ਦੇ ਯੋਗ ਸਨ। ਆਲਪ ਬੈਸ ਮਹਿ ਤਖਤ ਬਿਠਾਇਓ। ਤੇ ਪਿੱਛੋਂ ਛੋਟੀ ਉਮਰ ਦੇ ਜਿਹੜੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਹਨ, ਉਹਨਾਂ ਸਤਿਗੁਰਾਂ ਨੂੰ ਇਹਨਾਂ ਨੇ ਆਪਣਾ ਤਖਤ ਬਖਸ਼ਿਆ ਹੈ। ਅਪਰ ਨਹੀਂ ਕੋ ਵਡਿਆਇਓ। ਹੋਰ ਜਿਹੜਾ ਕੋਈ ਵੱਡਾ ਸੀ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਵਡਿਆਈ ਨਹੀਂ ਦਿੱਤੀ ਵੀ ਜਿਹੜਾ ਅੱਗੇ ਹੋ ਕੇ ਅਗਵਾਈ ਕਰਨੀ ਜਾਣਦਾ ਹੋਵੇ। ਕਿਉਂਕਿ ਸਾਧ ਸੰਗਤ ਇਹ ਤਾਂ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਵੀ ਇਹ ਜਿਹੜੀ ਯੋਗਤਾ ਜੋ ਧੁਰ ਤੋਂ ਹੀ ਵੀ ਜਿਨ੍ਹਾਂ ਸਰੀਰਾਂ ਦੇ ਅੰਦਰ ਜੋਤ ਨੇ ਬਿਰਾਜਮਾਨ ਹੋਣਾ ਹੁੰਦਾ ਹੈ, ਉਹ ਪਹਿਲਾਂ ਧੁਰ ਤੋਂ ਹੀ ਉਹਨਾਂ ਨੂੰ ਸਾਜਿਆ ਨਿਵਾਜਿਆ ਹੈ। ਤੋ ਆਪਣੇ ਜਿਹੜੇ ਵਿਚਾਰ ਸਾਰੇ ਕਰਦੇ ਹਨ ਵੀ ਸ਼੍ਰੀ ਹਰਿਰਾਏ ਸਾਹਿਬ ਜੀ ਅਜੇ ਛੋਟੇ ਹਨ, ਇਹਨਾਂ ਨੇ ਕਦੇ ਅੱਗੇ ਹੋ ਕੇ ਅਗਵਾਈ ਨਹੀਂ ਕੀਤੀ, ਤੋ ਕੀ ਬਣੇਗਾ ਸਾਰਿਆਂ ਸਿੱਖਾਂ ਦਾ। ਇਹ ਮਨ ਦੇ ਅੰਦਰ ਭੁਲੇਖੇ ਹਨ, ਔਰ ਸਿੱਖ ਕਈ ਵਾਰਾਂ ਅੱਜ ਵੀ ਭੁਲੇਖੇ ਖਾ ਰਹੇ ਹਨ। ਕਿਉਂਕਿ ਜਿਹਨੂੰ ਸਾਧ ਸੰਗਤ ਜੋ ਪਦਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ, ਮਹਾਰਾਜ ਜੀ ਆਪ ਉਹਨਾਂ ਦੇ ਅੰਗ ਸੰਗ ਹੋ ਕੇ ਚੱਲਦੇ ਹਨ, ਆਪ ਸਤਿਗੁਰੂ ਜੀ ਕਿਰਪਾ ਕਰਦੇ ਹਨ ਵੀ ਉਹਨਾਂ ਨੂੰ ਮਹਾਰਾਜ ਜੀ ਵੀ ਸਮਰੱਥ ਗੁਰੂ ਜੀ ਜਿਹਦੇ ਸੀਸ ਤੇ ਹੱਥ ਰੱਖ ਦੇਣ ਉਹੀ ਸਮਰੱਥਾ ਵਾਲਾ ਹੋ ਜਾਂਦਾ ਹੈ। ਪਰ ਆਪਣੇ ਹਿਸਾਬ ਦੇ ਨਾਲ ਸਾਰੇ ਜਿਹੜੇ ਵਿਚਾਰਦੇ ਹਨ ਵੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਅੱਗੇ ਹੋ ਕੇ ਕਦੀ ਅਗਵਾਈ ਨਹੀਂ ਕੀਤੀ, ਇਹ ਅਜੇ ਛੋਟੇ ਹਨ, ਸਿੱਖ ਸੰਗਤਾਂ ਦੀ ਕਿਵੇਂ ਅਗਵਾਈ ਕਰਨਗੇ। ਸ਼ਾਹੋ ਸੰਗ ਨਹਿ ਮੇਲ ਬਖੇਰਾ। ਫਿਰ ਬਾਦਸ਼ਾਹ ਦੇ ਨਾਲ ਕੋਈ ਚੰਗਾ ਮੇਲ ਮਿਲਾਪ ਵੀ ਨਹੀਂ ਹੈ, ਵੀ ਝਗੜਾ ਬਾਦਸ਼ਾਹ ਦੇ ਨਾਲ ਵਧਿਆ ਹੈ। ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੱਥਾ ਲਾਇਆ। ਸ਼ਾਹਜਹਾਨ ਬਾਦਸ਼ਾਹ ਜਿਹੜਾ ਹੈ ਉਹ ਗੁਰੂ ਘਰ ਨੂੰ ਖਤਮ ਕਰਨਾ ਚਾਹੁੰਦਾ ਹੈ। ਸੋ ਪੁਰਸ਼ਾਰਤ ਕਰੇ ਬਡੇਰਾ। ਇਹ ਨਾ ਹੋਵੇ ਵੀ ਬਾਦਸ਼ਾਹ ਫਿਰ ਫੌਜਾਂ ਚੜਾ ਦੇਵੇ। ਅੱਗੇ ਤਾਂ 4 ਯੁੱਧ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਲੜੇ ਹਨ, ਤੇ ਜਿਹੜਾ ਵੀ ਬਾਦਸ਼ਾਹ ਜਰਨੈਲ ਭੇਜਦਾ ਰਿਹਾ ਨਾ ਵੀ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਲੈ ਕੇ ਆਓ, ਸਤਿਗੁਰੂ ਜੀ ਆਪਣੇ ਤੇਗੇ ਦੇ ਨਾਲ ਉਸੇ ਜਰਨੈਲ ਨੂੰ ਅਗਲੇ ਜਹਾਨ ਨੂੰ ਤੋਰ ਦਿੰਦੇ ਰਹੇ। ਵੀ ਕੋਈ ਜਰਨੈਲ ਭੱਜ ਕੇ ਮਹਾਰਾਜ ਜੀ ਨੇ ਵਾਪਸ ਨਹੀਂ ਜਾਣ ਦਿੱਤਾ। ਤੋ ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤੇ ਵੀ ਇਹ ਧਰਮ ਯੁੱਧ ਵੀ ਲੜੇ, ਸਮਰੱਥਾ ਵਾਲੇ ਹਨ, ਤੇ ਜੇ ਹੁਣ ਕਿਤੇ ਬਾਦਸ਼ਾਹ ਨੇ ਆਪਣੀਆਂ ਫੌਜਾਂ ਚੜਾ ਦਿੱਤੀਆਂ ਤੇ ਬੜਾ ਨੁਕਸਾਨ ਹੋਵੇਗਾ। ਇਤਿਆਦਿਕ ਬੋਹ ਰਹੇ ਵਿਚਾਰ। ਇਤਿਆਦਿਕ ਸਾਰੇ ਵਿਚਾਰਾਂ ਕਰ ਰਹੇ ਹਨ। ਨਿਜ ਨਿਜ ਤਕਹਿ ਅਲੰਬ ਉਧਾਰ। ਜਿੰਨੇ ਵੀ ਪਰਿਵਾਰ ਦੇ ਜੀ ਉਹ ਆਪੋ ਆਪਣਾ ਆਸਰਾ ਵੇਖ ਰਹੇ ਹਨ। ਇੱਕ ਦਿਨ ਨਰ ਸਰੂਪ ਧਰ ਆਏ। ਇੱਕ ਦਿਨ ਸਾਧ ਸੰਗਤ ਮਹਾਰਾਜ ਜੀ ਦੇ ਦਰਸ਼ਨ ਪਰਸ਼ਣ ਵਾਸਤੇ ਜਿਹੜੇ ਦੇਵਤੇ ਹਨ ਉਹ ਮਨੁੱਖਾਂ ਦੇਹਾਂ ਧਾਰ ਕੇ ਗੁਰੂ ਕੇ ਦਰਸ਼ਨ ਕਰਨ ਖੁਸ਼ੀ ਲੈਣ ਵਾਸਤੇ ਆਏ ਹਨ। ਬੰਦਨ ਗੀਰਬਾਨ ਸਮੁਦਾਏ। ਇਹਨਾਂ ਸਾਰਿਆਂ ਨੇ ਆਣ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਆਗਨ ਪਰੋਗਮ ਸੁਰਪਤ ਆਦ। ਸੋ ਜਿਹੜੇ ਦੇਵਤੇ ਆਗੂ ਦੇਵਤੇ ਹਨ ਮਿਲ ਕਰਕੇ ਮੁਖੀ ਦੇਵਤੇ ਉਹ ਮਨੁੱਖਾ ਸਰੀਰ ਧਾਰ ਕੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਗੁਰੂ ਕੀ ਚਰਨ ਧੂੜ ਲੈਣ ਵਾਸਤੇ ਆਏ ਹਨ। ਦਰਸ਼ਨ ਦੇਖ ਪਏ ਅਹਿਲਾਦ। ਦਰਸ਼ਨ ਵੇਖ ਕਰਕੇ ਦਰਸ਼ਨ ਕਰਕੇ ਮਹਾਰਾਜ ਜੀ ਦਾ ਬੜੇ ਪ੍ਰਸੰਨ ਹੋਏ। ਕਿਉਂਕਿ ਸਤਿਗੁਰਾਂ ਦੇ ਦਰਸ਼ਨ ਹੀ ਐਸੇ ਹਨ ਵੀ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ।
ਵੀ ਦਰਸ਼ਨ ਕਰਨ ਦੇ ਨਾਲ ਹੀ ਮਨ ਖਿੜ ਜਾਵੇ, ਚਿੰਤਾ ਝੋਰੇ ਸੋਗ ਦੁੱਖ ਮਿਟ ਜਾਣ। ਉਹੀ ਸਤਿਗੁਰੂ ਹਨ। ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਦਿਆਂ ਦੇਵਤੇ ਬੜੇ ਪ੍ਰਸੰਨ ਹੋਏ ਹਨ। ਪਾਦ ਅਰਬਿੰਦ ਬੰਦਨਾ ਧਾਰੀ, ਆਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਾ ਨਮਸਕਾਰ ਕੀਤੀ ਹੈ। ਗੁਰੂ ਇਕਾਕੀ ਸੰਗ ਉਚਾਰੀ, ਸਤਿਗੁਰੂ ਸਾਹਿਬ ਜੀਆਂ ਦੇ ਨਾਲ ਇਕਾਂਤ ਦੇ ਵਿੱਚ ਇਹਨਾਂ ਬੇਨਤੀ ਕੀਤੀ ਹੈ। ਹੇ ਪ੍ਰਭ ਜਗ ਕੇ ਕਾਜ ਸੁਧਾਰੇ, ਕਹਿਣ ਲੱਗੇ ਐ ਪ੍ਰਭੂ ਸਤਿਗੁਰੂ ਜੀ, ਤੁਸੀਂ ਜਗਤ ਦੇ ਸੰਸਾਰ ਦੇ ਬੜੇ ਕਾਰਜ ਸਵਾਰੇ ਹਨ ਕਿ ਮਨੁੱਖਾ ਸਰੀਰ ਧਾਰਨ ਕਰਕੇ ਬੜੀ ਤੁਸੀਂ ਲੀਲਾ ਕੀਤੀ, ਬੜੇ ਕੌਤਕ ਕੀਤੇ, ਜ਼ਾਲਮਾਂ ਦਾ ਨਾਸ਼ ਕੀਤਾ, ਜ਼ੁਲਮ ਮਿਟਾਇਆ। ਇਹ ਬੜੇ ਕਾਰਜ ਆਪ ਜੀ ਨੇ ਸਵਾਰੇ ਹਨ। ਸੰਤ ਉਬਾਰ ਦੁਸ਼ਟ ਗਨ ਮਾਰੇ, ਸੰਤਾਂ ਨੂੰ ਉਬਾਰ ਕੇ ਬਚਾ ਕੇ ਦੁਸ਼ਟਾਂ ਦਾ ਆਪ ਜੀਆਂ ਨੇ ਨਾਸ਼ ਕੀਤਾ ਹੈ। ਮਹਾ ਪ੍ਰਤਾਪ ਸਹਿਤ ਰਨ ਘਾਲੇ, ਬੜੇ ਵੱਡੇ ਪ੍ਰਤਾਪ ਦੇ ਸਹਿਤ ਤੁਸੀਂ ਬੜੇ ਵੱਡੇ ਕਮਸਾਨ ਦੇ ਯੁੱਧ ਲੜੇ ਹਨ। ਮਨ ਮੁਖ ਦੁਖ ਲਹਿ ਸਿੱਖ ਸੁਖਾਲੇ, ਅਤੇ ਜਿਹੜੇ ਮਨਮੁਖ ਦੀਪ ਹਨ ਉਹਨਾਂ ਨੇ ਆਪ ਜੀ ਦੇ ਪ੍ਰਤਾਪ ਨੂੰ ਨਾ ਸਹਾਰਦਿਆਂ ਵੀ ਉਹ ਦੋਖੀ ਪ੍ਰਾਪਤ ਕਰਦੇ ਰਹੇ। ਪਰ ਮਹਾਰਾਜ ਜਿਹੜੇ ਤੁਹਾਡੇ ਸਿੱਖ ਹਨ ਉਹ ਸਦਾ ਹੀ ਆਪ ਜੀ ਦੀ ਸ਼ਰਨ ਦੇ ਵਿੱਚ ਆਣ ਕੇ ਸੁੱਖ ਪ੍ਰਾਪਤ ਕਰਦੇ ਰਹੇ। ਸਾਧ ਸੰਗਤ ਜਿਵੇਂ ਮਹਾਰਾਜ ਜੀ ਨੇ ਆਖਿਆ ਹੈ ਵੀ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ, ਵੀ ਜਿਹੜਾ ਵੀ ਭਾਈ ਗੁਰੂ ਕੀ ਸ਼ਰਨ ਵਿੱਚ ਹੈ ਉਹ ਸਦਾ ਹੀ ਸੁਖ ਪ੍ਰਾਪਤ ਕਰਦਾ ਹੈ। ਸੋ ਸਿੱਖ ਸੁਖਾਲੇ ਸਿੱਖਾਂ ਨੇ ਸੁਖ ਪ੍ਰਾਪਤ ਕੀਤੇ ਅਤੇ ਮਨਮੁਖ ਨਿੰਦਕਾਂ ਨੇ ਦੋਖੀ ਪ੍ਰਾਪਤ ਕੀਤੇ ਹਨ। ਅਭੇ ਸੁਰਨ ਕੋ ਦੇਹੋ ਆਨੰਦ, ਮਹਾਰਾਜ ਉਨ ਦੇਵਤਿਆਂ ਨੂੰ ਆਨੰਦ ਬਖਸ਼ਿਸ਼ ਕਰੋ, ਖੁਸ਼ੀ ਬਖਸ਼ੋ ਦੀ। ਚਲੋ ਆਪਣੀ ਪੁਰੀ ਮੁਕੰਦ, ਆਪਣੀ ਪੁਰੀ ਸੱਚਖੰਡ ਧਾਮ ਨੂੰ ਹੁਣ ਆਪ ਦੀ ਚੱਲਣਾ ਕਰੋ ਦੀ। ਸ੍ਰੀ ਹਰਿ ਗੋਬਿੰਦ ਤਬੇ ਉਚਾਰਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਿਆ ਹੈ। ਹਮ ਕੀਨੋ ਹੈ ਪੂਰਬ ਤਿਆਰਾ, ਮਹਾਰਾਜ ਜੀ ਕਹਿੰਦੇ ਅਸੀਂ ਤੇ ਪਹਿਲਾਂ ਹੀ ਪਹਾੜਾ ਵਰਤਾ ਰਹੇ ਹਾਂ, ਵੀ ਤਿਆਰੀ ਕਰ ਰਹੇ ਹਾਂ, ਵੀ ਇਸੇ ਕਰਕੇ ਅਸੀਂ ਗੁਰਤਾ ਗੱਦੀ ਦਾ ਸਿੰਘਾਸਨ ਜਿਹੜਾ ਹੈ ਉਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਆਪ ਪਰਲੋਕ ਗਮਨ ਬਨ ਆਇਓ, ਹੁਣ ਪਰਲੋਕ ਨੂੰ ਸੱਚਖੰਡ ਧਾਮ ਨੂੰ ਗਮਨ ਕਰਨਾ ਬਣ ਆਉਂਦਾ ਹੈ। ਗਾਦੀ ਸ੍ਰੀ ਹਰਿ ਰਾਏ ਬਿਠਾਇਓ, ਇਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਜਿਹੜਾ ਬਿਰਾਜਮਾਨ ਕੀਤਾ ਹੈ। ਕਾਰਜ ਅਪਰ ਸਰਬ ਕਰ ਲੀਨੇ, ਅਤੇ ਹੋਰ ਵੀ ਜਿਹੜੇ ਸਾਡੇ ਕਾਰਜ ਸਨ ਵਾਹਿਗੁਰੂ ਪ੍ਰਮਾਤਮਾ ਜੀ ਦੇ ਵੱਲੋਂ ਇਹ ਬਖਸ਼ੇ ਕਾਰਜ ਸਨ ਅਸੀਂ ਸਾਰੇ ਸੰਪੂਰਨ ਕਰ ਲਏ ਹਨ। ਆਨ ਅਬਹਿ ਤੁਮ ਦਰਸ਼ਨ ਦੀਨੇ, ਅਤੇ ਸਤਿਗੁਰੂ ਦੀ ਦੇਵਤਿਆਂ ਨੂੰ ਕਹਿਣ ਲੱਗੇ ਵੀ ਹੁਣ ਤੁਸੀਂ ਆਣ ਕੇ ਸਾਡੇ ਨਾਲ ਮਿਲਾਪ ਕੀਤਾ, ਵੀ ਸਾਡੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਆਪਣੇ ਦਰਸ਼ਨ ਸਾਨੂੰ ਦੇ ਰਹੇ, ਸਾਡੇ ਨਾਲ ਆਣ ਕੇ ਭਜਨ ਕਰ ਰਹੇ ਹੋ। ਆਤ ਸੁੰਦਰ ਆਗਵਨ ਤੁਮਾਰਾ, ਤੇ ਸਾਧ ਸੰਗਤ ਜਿਹੜਾ ਵੀ ਗੁਰੂ ਕੀ ਸ਼ਰਨ ਵਿੱਚ ਆਉਂਦਾ, ਗੁਰੂ ਕੀ ਚਰਨਾਂ ਵਿੱਚ ਆਉਂਦਾ, ਉਹਨੂੰ ਸਤਿਕਾਰ ਮਿਲਦਾ। ਮਹਾਰਾਜ ਜੀ ਕਹਿੰਦੇ ਤੁਹਾਡਾ ਆਉਣਾ, ਇਹ ਤੁਹਾਡਾ ਆਗਮਨ ਜਿਹੜਾ ਕਰਨਾ ਬੜਾ ਸੁੰਦਰ ਹੈ, ਵੀ ਤੁਸੀਂ ਸਾਨੂੰ ਮਿਲਣ ਵਾਸਤੇ ਦਰਸ਼ਨ ਕਰਨ ਵਾਸਤੇ ਆਏ ਹੋ। ਦੇਬੋ ਬਾਰ ਸਚ ਬਚਨ ਉਧਾਰਾ, ਇਸੇ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਜੀ ਵੀ ਤੁਸੀਂ ਜਿਹੜਾ ਆਣ ਕਰਕੇ ਸਾਡੇ ਨਾਲ ਮਿਲੇ ਹੋ, ਵੀ ਜਿਹੜੇ ਜਗਤ ਸੰਸਾਰ ਦੇ ਲੋਕ ਇਹ ਤੁਹਾਡੀ ਪੂਜਾ ਕਰਨ ਵਾਲੇ ਹਨ, ਤੁਸੀਂ ਉਹਨਾਂ ਨੂੰ ਜਿਹੜੀਆਂ ਬਖਸ਼ਿਸ਼ਾਂ ਵੀ ਵਰ ਸ਼ਰਾਫ ਦੇ ਰੂਪ ਦੇ ਵਿੱਚ ਜੋ ਦਿੰਦੇ ਹੋ ਸੱਚੀਆਂ ਹੋ ਜਾਂਦੀਆਂ ਹਨ। ਸਫਲ ਸੁਪਾਵਨ ਦਰਸ ਵਿਸਾਲੇ, ਤੁਹਾਡੇ ਵੀ ਮਹਾਰਾਜ ਜੀ ਇਹਨਾਂ ਨੂੰ ਕਹਿਣ ਲੱਗੇ ਵੀ ਦਰਸ਼ਨ ਜਿਹੜੇ ਸਫਲੇ ਹਨ। ਕਰਤ ਜਗਤ ਸਭ ਕੀ ਪ੍ਰਤਪਾਲੇ, ਕਿਉਂਕਿ ਤੁਸੀਂ ਸਾਰੇ ਜਗਤ ਸੰਸਾਰ ਦੀ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਸੰਭਾਲ ਕਰ ਰਹੇ ਹੋ। ਆਸ਼ਰਿਤ ਸਕਲ ਤੁਮਾਰੇ ਅਹੇ, ਤੇ ਜਿੰਨੇ ਲੋਕ ਹਨ ਜਗਤ ਸੰਸਾਰ ਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਵਿੱਚ ਇਹ ਵੱਖੋ ਵੱਖਰੀਆਂ ਜਿਹੜੀਆਂ ਡਿਊਟੀਆਂ ਬਖਸ਼ੀਆਂ ਹਨ, ਵੀ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਤੋ ਦੇਵਤੇ ਵੀ ਆਪਣਾ ਕਾਰਜ ਕਰ ਰਹੇ ਹਨ, ਵੀ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਵੀ ਇਹ ਜ਼ਿਕਰ ਕੀਤਾ ਹੈ। ਤੋ ਕਹਿਣ ਲੱਗੇ ਵੀ ਇਸੇ ਤਰ੍ਹਾਂ ਵੀ ਆਸ਼ਰਿਤ ਸਗਲ ਤੁਮਾਰੇ ਹੈ, ਵੀ ਜੋ ਵੀ ਤੁਹਾਡੇ
ਇਹ ਅਨੁਸਾਰ ਜਿਹੜੀਆਂ ਡਿਊਟੀਆਂ ਕਾਰਜ ਹਨ ਤੁਸੀਂ ਨਿਭਾ ਰਹੇ ਹੋ। ਸੇਵਤ ਜੋ ਸੋ ਕਾਮ ਨਾ ਲਹੇ। ਜਿਹੜਾ ਕੋਈ ਤੁਹਾਡੀ ਸੇਵਾ ਕਰਨ ਵਾਲਾ, ਤੁਹਾਡੀ ਤੇ ਨਿਹਚਾ ਰੱਖਣ ਵਾਲਾ, ਉਹਦੀਆਂ ਕਾਮਨਾ ਭਾਵਨਾ ਤੁਸੀਂ ਪੂਰਨ ਕਰਦੇ ਹੋ। ਸੋਨ ਸੁਰਗਨ ਆਪਣੀ ਜਦੋਂ ਵਡਿਆਈ। ਮਹਾਰਾਜ ਜੀ ਨੇ ਇਹਨਾਂ ਦਾ ਸਨਮਾਨ ਕੀਤਾ, ਦੇਵਤਿਆਂ ਨੇ ਆਪਣੀ ਵਡਿਆਈ ਸਤਿਗੁਰਾਂ ਦੇ ਮੁਖ ਤੋਂ ਸੁਣੀ ਹੈ। ਕਹਿਓ ਮਿਰਜ਼ਾਦਾ ਰੱਖੋ ਗੁਸਾਈ। ਦੇਵਤੇ ਕਹਿਣ ਲੱਗੇ ਵੀ ਮਹਾਰਾਜ ਅਸੀਂ ਤਾਂ ਆਪ ਦੀ ਕਿਰਤ ਹਾਂ, ਤੁਸੀਂ ਕਰਤਾ ਪੁਰਖ ਹੋ, ਵੀ ਤੁਸੀਂ ਤੇ ਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹੋ, ਤੇ ਅਸੀਂ ਤਾਂ ਮਹਾਰਾਜ ਤੁਹਾਡੇ ਬਣਾਏ ਹੋਏ ਹਾਂ, ਵੀ ਜਿੰਨਾ ਕੁ ਤੁਸੀਂ ਸਾਨੂੰ ਇਹ ਬਲ ਬਖਸ਼ਿਆ ਹੈ ਉਹਨਾਂ ਕੁ ਅਸੀਂ ਕਾਰਜ ਕਰ ਰਹੇ ਹਾਂ। ਤੇ ਪਰ ਇਹ ਜਿਹੜੀ ਮਰਜ਼ਾਦਾ ਵੀ ਸਾਡੀ ਵਡਿਆਈ ਕਰਕੇ ਮਹਾਰਾਜ ਤੁਸੀਂ ਮਰਜ਼ਾਦਾ ਵਿਗਾੜ ਰਹੇ ਹੋ। ਦਈ ਆਪ ਕੋ ਬਹੁ ਉਚਤਾਈ। ਕਿਉਂਕਿ ਮਹਾਰਾਜ ਆਪ ਜੀ ਤਾਂ ਤੁਸੀਂ ਸਾਨੂੰ ਇਹ ਜਿਹੜੀ ਵਡਿਆਈ ਦਿੱਤੀ ਨਾ, ਇਹ ਵਡਿਆਈ ਤਾਂ ਅਸੀਂ ਤੁਹਾਡੀ ਕਰਨੀ ਹੈ, ਵੀ ਅਸੀਂ ਤਾਂ ਤੁਹਾਡੀ ਚਰਨ ਧੂੜ ਪਰਸਣ ਆਏ ਹਾਂ, ਤੁਹਾਡੀ ਵਡਿਆਈ ਕਰਨ ਆਏ ਹਾਂ, ਤੇ ਤੁਸੀਂ ਸਾਡੀ ਵਡਿਆਈ ਕਰਕੇ ਮਰਜ਼ਾਦਾ 'ਚ ਫਰਕ ਪਾਇਆ ਹੈ। ਪਰੇ ਭੀੜ ਤੁਮ ਹੋ ਸਹਾਈ। ਵੀ ਜਦੋਂ ਸਾਡੇ ਦੇਵਤਿਆਂ ਦੇ ਵੀ ਸਤਿਗੁਰੂ ਜੀ ਭੀੜ ਪੈਂਦੀ ਹੈ, ਉਦੋਂ ਤੁਸੀਂ ਸਾਡੀ ਵੀ ਰੱਖਿਆ ਕਰਦੇ, ਸਾਡੇ ਵੀ ਸਹਾਇਕ ਬਣਦੇ ਹੋ। ਜਬ ਕਬ ਸੰਕਟ ਕਟੇ ਹਮਾਰੇ। ਜਦੋਂ ਜਦੋਂ ਵੀ ਮਹਾਰਾਜ ਅਸੀਂ ਤੁਹਾਡੇ ਸਨਮੁਖ ਬੇਨਤੀਆਂ ਕੀਤੀਆਂ, ਸਾਧ ਸੰਗਤ ਇਹ ਦੇਵੀ ਦੇਵਤੇ ਵੀ ਸਤਿਗੁਰਾਂ ਦੀ ਚਰਨ ਧੂੜੀ ਨੂੰ ਤਰਸਦੇ ਹਨ, ਗੁਰੂ ਕੇ ਅੱਗੇ ਗੁਰੂ ਦੇ ਦਰ ਦੇ ਸਦਾ ਭਿਖਾਰੀ ਹਨ। ਉਹ ਕਹਿਣ ਲੱਗੇ ਵੀ ਜਦੋਂ ਜਦੋਂ ਵੀ ਅਸੀਂ ਮਹਾਰਾਜ ਤੁਹਾਨੂੰ ਪੁਕਾਰਿਆ ਹੈ, ਤੁਸੀਂ ਸਦਾ ਹੀ ਸਾਡੇ ਸੰਕਟ ਨਿਵਰਤ ਕੀਤੇ, ਸਾਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਿਆ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਪਾਵਨ ਬਚਨ ਹਨ ਕਿ ਅਨਕ ਰੂਪ ਖਿਨਮੈ ਕੁਦਰਤ ਧਾਰਦਾ। ਸਤਿਗੁਰੂ ਜੀ ਆਪਣੇ ਸਰੂਪ ਤੋਂ ਅਨੇਕਾਂ ਹੀ ਰੂਪ ਧਾਰਨ ਕਰਕੇ, ਗੁਪਤ ਤੋਂ ਗੁਪਤ ਹੋ ਕਰਕੇ ਇਹ ਸਦਾ ਹੀ ਸਾਰਿਆਂ ਦੀ ਰੱਖਿਆ ਕਰਦੇ ਹਨ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਇਹ ਕਰੋੜਾਂ ਹੀ ਬ੍ਰਹਮੰਡਾਂ ਦੇ ਮਹਾਰਾਜ ਜੀ ਸਿਰਜਣ ਵਾਲੇ ਹਨ। ਤੇ ਜਿਹੜਾ ਵੀ ਕੋਈ ਸੰਕਟ ਦੇ ਵਿੱਚ ਜਦੋਂ ਐਸਾ ਸਮਾਂ ਆਉਂਦਾ ਹੈ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦਾ ਤੇ ਮਹਾਰਾਜ ਜੀ ਉਹਦੀ ਪੁਕਾਰ ਸੁਣਦੇ, ਉਹਦਾ ਸੰਕਟ ਨਿਵਰਤ ਕਰਦੇ ਹਨ। ਬਲੀ ਬਿਲੰਦ ਸੋ ਦੁਐਖੀ ਮਾਰੇ। ਮਹਾਰਾਜ ਦੇਵਤੇ ਬੇਨਤੀ ਕਰ ਰਹੇ ਵੀ ਜਿਹੜੇ ਬੜੀ ਬੁਲੰਦ ਸਨ, ਵੱਡੇ ਬਲ ਵਾਲੇ, ਸਾਡੇ ਦੋਖੀ ਸਨ, ਸਾਨੂੰ ਦੁੱਖ ਦੇਣ ਵਾਲੇ ਸਨ, ਉਹ ਤੁਸੀਂ ਸਦਾ ਲਈ ਖਤਮ ਕਰ ਦਿੱਤੇ। ਨਿਸ਼ਕੰਟਕ ਕਰ ਰਾਜ ਬਿਠਾਏ। ਅਤੇ ਤੁਸੀਂ ਸਾਨੂੰ ਬੇਫਿਕਰ ਕਰਕੇ ਜਿਹੜਾ ਰਾਜ ਦਾ ਸਿੰਘਾਸਣ ਦਿੱਤਾ ਹੈ। ਉਸਤਤ ਕਰਤ ਪਏ ਸਮੁਦਾਏ। ਇਸ ਤਰ੍ਹਾਂ ਜਿਹੜੇ ਦੇਵਤੇ ਹਨ ਇਹ ਮਹਾਰਾਜ ਜੀ ਦੀ ਉਸਤਤ ਗਾਉਣ ਲੱਗੇ ਹਨ। ਸੁਰੋਵਾਚ ਸਦਾ ਦੇਵ ਪਾਲੋ ਬਿਨੇ ਆਪ ਮਾਨੋ। ਇਹਨੂੰ ਸਾਧ ਸੰਗਤ ਅਸ਼ਟਕ ਕਿਹਾ ਜਾਂਦਾ ਹੈ ਵੀ ਇਹ ਦੇਵਤਿਆਂ ਨੇ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਇਹ ਅਸ਼ਟਕ ਉਚਾਰਿਆ। ਕਹਿਣ ਲੱਗੇ ਮਹਾਰਾਜ ਬਿਨਾਂ ਆਪ ਮੰਨੋ, ਸਦਾ ਹੀ ਆਪ ਜੀ ਬੇਨਤੀਆਂ ਨੂੰ ਮੰਨਣ ਵਾਲੇ ਹੋ, ਅਤੇ ਸਦਾ ਹੀ ਸਾਡੇ ਦੇਵਤਿਆਂ ਦੀ ਰੱਖਿਆ ਕਰਨ ਵਾਲੇ, ਪਾਲਣਾ ਕਰਨ ਵਾਲੇ ਹੋ। ਸਹਾਈ ਬਨੋ ਬ੍ਰਿੰਦ ਦੋਖੀ ਨਹਾਨੋ। ਸਦਾ ਹੀ ਮਹਾਰਾਜ ਤੁਸੀਂ ਸਾਡੇ ਸਹਾਇਕ ਬਣਦੇ ਹੋ ਤੇ ਦੋਖੀਆਂ ਦਾ ਹਾਨ ਕਰਦੇ, ਨਾਸ ਕਰਦੇ ਹੋ। ਮਹਾਰਾਜ ਰਾਜਾਨ ਰਾਜਾ ਤੇ ਰਾਜੋ। ਸਤਿਗੁਰੂ ਆਪ ਰਾਜਿਆਂ ਦੇ ਰਾਜੇ, ਜਿਹੜੇ ਰਾਜਿਆਂ ਦੇ ਰਾਜੇ ਹੁੰਦੇ ਨਾ, ਆਪ ਦੀ ਚੱਕਰਧਾਰੀ ਬਾਦਸ਼ਾਹਾਂ ਦੇ ਵੀ ਮਹਾਰਾਜ ਵੱਡੇ ਬਾਦਸ਼ਾਹ ਹੋ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਵੀ ਜਿਹੜੇ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹਨ, ਮਹਾਰਾਜ ਰਾਜਾਨ ਰਾਜਾ ਤੇ ਰਾਜੋ, ਵੀ ਆਪ ਵੱਡੇ ਰਾਜਿਆਂ ਦੇ ਰਾਜੇ ਹੋ। ਮਹਾ ਤੇਜ ਧਾਰੀ ਕਰੋ ਸੰਤ ਕਾਜੋ। ਮਹਾਰਾਜ ਆਪ ਜੀ ਬੜੇ ਤੇਜ ਪ੍ਰਤਾਪ ਵਾਲੇ ਹੋ, ਸਦਾ ਹੀ ਆਪਣੇ ਸੰਤ ਪਿਆਰਿਆਂ ਦੀ ਸਹਾਇਤਾ ਕਰਨ ਵਾਲੇ ਹੋ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹੋ, ਵੀ ਜਿਹੜੇ ਤੁਹਾਡੀ ਸ਼ਰਨ ਦੇ ਵਿੱਚ ਹਨ, ਸਦਾ ਹੀ ਮਹਾਰਾਜ ਤੁਹਾਡੇ ਅੱਗੇ ਅਰਦਾਸਾਂ ਕਰਨ ਵਾਲੇ, ਉਹਨਾਂ ਨੂੰ ਦੁਨੀਆ ਦੇ ਕਿਸੇ ਰਾਜੇ ਦੀ ਪਰਵਾਹ ਨਹੀਂ। ਪੰਡਤ ਸੂਰ ਛਤਰਪਤ ਰਾਜਾ, ਇੱਦਾਂ ਵੀ ਉਹ ਭਗਤਾਂ ਦੀ ਬਰਾਬਰਤਾ ਨਹੀਂ ਕਰ ਸਕਦੇ, ਤੁਹਾਡੇ ਪਿਆਰਿਆਂ ਦੀ ਬਰਾਬਰਤਾ ਨਹੀਂ ਕਰ ਸਕਦੇ। ਜਿਹੜੇ ਸਿੱਖ ਸਦਾ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਰਾਧਣ ਵਾਲੇ, ਧਿਆਉਣ ਵਾਲੇ, ਉਹਨਾਂ ਨੂੰ ਨਹੀਂ ਕਿਸੇ ਰਾਜੇ ਦੀ ਪਰਵਾਹ। ਇਸ ਕਰਕੇ ਅਸੀਂ ਤਾਂ ਸਾਰਿਆਂ ਰਾਜਿਆਂ ਦਾ ਜਿਹੜਾ ਰਾਜਾ ਹੈ,
ਜਿਹਦੇ ਵਰਗਾ ਕੋਈ ਰਾਜਾ ਹੀ ਨਹੀਂ, ਉਹਦੀ ਸ਼ਰਨ ਦੇ ਵਿੱਚ ਹਾਂ। ਤੋ ਦੇਵਤੇ ਕਹਿਣ ਲੱਗੇ, ਮਹਾਰਾਜ ਤੁਸੀਂ ਸਦਾ ਹੀ ਸਾਡੀ ਰੱਖਿਆ ਕੀਤੀ ਹੈ। ਜਗਨਨਾਥ ਮਾਤੋ ਸਰੂਪੰ ਸ਼ਬੀਲਾ। ਤੁਸੀਂ ਜਗਤ ਦੇ ਸੁਆਮੀ, ਮਾਇਆ ਦੇ ਪਤੀ ਹੋ, ਤੁਹਾਡਾ ਸਰੂਪ ਬੜਾ ਸ਼ਬੀਲਾ, ਬੜਾ ਸੁੰਦਰ ਹੈ। ਕਰੋ ਲੋਕ ਮਹਿਮਾਨ ਵਿਚਾਰ ਲੀਲਾ। ਇਸ ਸੰਸਾਰ ਦੇ ਵਿੱਚ ਮਹਾਰਾਜ ਮਨੁੱਖਾ ਸਰੀਰ ਧਾਰਨ ਕਰਕੇ ਆਪਦੀ ਆਮ ਇਨਸਾਨਾਂ ਦੀ ਤਰ੍ਹਾਂ ਲੀਲਾ ਰਚਾਰੇ ਕੌਤਕ ਕਰ ਰਹੇ ਹੋ। ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਦੇਵਤੇ ਕਹਿੰਦੇ ਵੀ ਜਗਤ ਸੰਸਾਰ ਦੇ ਵਿੱਚ ਇਹ ਨਵਾਂ ਪੰਥ ਗੁਰਸਿੱਖੀ ਦਾ ਮਹਾਰਾਜ ਆਪ ਜੀ ਨੇ ਰੰਭਿਆ ਹੈ, ਇਹਦਾ ਵਿਸਥਾਰ ਕੀਤਾ ਹੈ ਤੇ ਬੜੀ ਸੌਖੀ ਆਪ ਜੀ ਆਪਣੇ ਸਿੱਖਾਂ ਨੂੰ ਮੁਕਤੀ ਬਖਸ਼ਦੇ ਹੋ। ਵਿਕਾਰੰ ਬਹੀਨਾ ਕੋ ਬੁੰਦੰ ਨਕੰਦਾ। ਕਹਿਣ ਲੱਗੇ ਮਹਾਰਾਜ ਜੋ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਜੀਵਾਂ ਦੀ ਜਿੱਦਾਂ ਦੀ ਸਾਧ ਸੰਗਤ ਹਵਾ ਚੱਲਦੀ ਨਾ, ਜੇ ਗਰਮ ਹਵਾ ਚੱਲਦੀ ਆ ਉਹ ਸਰੀਰ ਤੇ ਅਸਰ ਕਰਦੀ, ਜੇ ਠੰਡੀ ਹਵਾ ਚੱਲਦੀ ਸਰੀਰ ਤੇ ਅਸਰ ਹੁੰਦਾ। ਕਹਿੰਦੇ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਲੋਕਾਂ ਦੀ ਮੱਤ ਬੁੱਧ ਐਸੀ ਹੈ। ਤਾਂ ਆਪ ਜੀ ਨੇ ਕਿਰਪਾ ਕੀਤੀ, ਭਾਈ ਬੁੱਧ ਮੰਨੰ ਕਲੀ ਕਾਲ ਜਾਨੀ, ਵੀ ਜਦੋਂ ਕਲਯੁਗ ਦਾ ਭਿਆਨਕ ਸਮਾਂ ਆਇਆ ਜੀਵਾਂ ਦੀ ਮੱਤ ਬੜੀ ਜਿਹੜੀ ਮਾੜੀ ਹੋ ਗਈ। ਲਿਓ ਬੇਦ ਸਾਰੰਗ ਰਚੀ ਚਾਰ ਬਾਨੀ। ਵੇਖੋ ਸਾਧ ਸੰਗਤ ਦੇਵਤੇ ਵਡਿਆਈ ਕਰ ਰਹੇ, ਕਹਿੰਦੇ ਮਹਾਰਾਜ ਤੁਸੀਂ ਜੀਵਾਂ ਦੀ ਬੁੱਧੀ ਨੂੰ ਨਿਰਮਲ ਕਰਨ ਵਾਸਤੇ ਜੋ ਸਾਰੇ ਧਾਰਮਿਕ ਸ਼ਾਸਤਰ ਗ੍ਰੰਥ ਵੇਦ ਹਨ ਉਹਨਾਂ ਦਾ ਜਿਹੜਾ ਨਿਚੋੜ ਲਿਆ, ਉਹਨਾਂ ਦਾ ਤੱਤ ਨਿਚੋੜ ਲੈ ਕੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜਹਾਜ਼ ਤਿਆਰ ਕੀਤਾ। ਇਹ ਬਾਣੀ ਦੀ ਆਪ ਜੀ ਨੇ ਰਚਨਾ ਕੀਤੀ ਹੈ। ਪਠੰਤੇ ਸੁਨੰਤੇ ਹਨੰਤੇ ਕਲੰਕਾ। ਮਹਾਰਾਜ ਜਿਹੜੇ ਵੀ ਇਹ ਬਾਣੀ ਨੂੰ ਪੜ੍ਹਦੇ ਹਨ, ਸੁਣਦੇ ਹਨ, ਸੁਣਤੇ ਪਨੀਤ ਕਹਤੇ ਪਵਿੱਤ। ਸੁਣਨ ਵਾਲੇ ਵੀ ਪਵਿੱਤਰ, ਕਹਿਣ ਵਾਲੇ ਵੀ ਜਿਹੜੇ ਪਵਿੱਤਰ ਹਨ, ਜਿਹੜੇ ਨੂੰ ਪੜ੍ਹਦੇ ਸੁਣਦੇ ਹਨ ਉਹਨਾਂ ਦੇ ਸਾਰੇ ਜਿੰਨੇ ਕਲੰਕਾ ਕਲੇਸ਼ ਨੇ ਕਲਯੁਗ ਦੇ ਸਮੇਂ ਦੇ, ਇਹ ਦੁੱਖ ਰੋਗ ਪਾਪ ਨੇ, ਉਹ ਸਾਰੇ ਨਿਵਰਤ ਹੁੰਦੇ ਨੇ। ਵੀ ਇਹ ਸਤਿਗੁਰਾਂ ਨੇ ਮਹਾਨ ਜਿਹੜੀ ਬਾਣੀ ਰਚੀ। ਸਤਿਗੁਰੂ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਜੀ ਕਹਿੰਦੇ ਤੁਸੀਂ ਸਾਰੇ ਰਲ ਕੇ ਗੁਰੂ ਕੇ ਚਰਨਾਂ ਵਿੱਚ ਜੁੜੋ, ਇਹ ਬਾਣੀ ਨੂੰ ਗਾਓ, ਪੜ੍ਹੋ। ਫਿਰ ਮਹਾਰਾਜ ਕੀ ਪ੍ਰਾਪਤ ਹੋਵੇਗਾ? ਮਹਾਰਾਜ ਜੀ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਸਾਰੇ ਦੁੱਖ ਰੋਗ ਜਿਹੜੇ ਕਲੇਸ਼ ਹਨ ਉਹ ਨਿਵਰਤ ਹੋ ਜਾਣਗੇ। ਇੱਦਾਂ ਮਹਾਰਾਜ ਦੀ ਵਡਿਆਈ ਕਰਦੇ ਵੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਇਹ ਮਹਾਨ ਗੁਰਬਾਣੀ ਦੀ ਰਚਨਾ ਕੀਤੀ ਹੈ ਤੇ ਪੜ੍ਹਨ ਸੁਣਨ ਵਾਲਿਆਂ ਦੇ ਸਾਰੇ ਦੁੱਖ ਰੋਗ ਕਲੇਸ਼ ਪਾਪ ਨਾਸ ਹੋ ਜਾਂਦੇ ਹਨ। ਲਾਹੇ ਮੋਖ ਕੋ ਅੰਤ ਕੇ ਨਾ ਆਤੰਕਾ। ਬਸ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਫਿਰ ਸਾਧ ਸੰਗਤ ਕੋਈ ਸ਼ੰਕਾ ਨਹੀਂ, ਉਹਦਾ ਭਲਾ ਹੁੰਦਾ, ਉਹਦਾ ਲੋਕ ਪਰਲੋਕ ਸਫਲ ਹੋ ਜਾਂਦਾ ਹੈ ਤੇ ਉਹਦੀ ਮਹਾਰਾਜ ਜੀ ਕਹਿੰਦੇ ਫਿਰ ਮੁਕਤੀ ਹੁੰਦੀ ਵੀ ਉਹ ਅੰਤ ਦੇ ਸਮੇਂ ਫਿਰ ਜਮਾਂ ਨੂੰ ਨਹੀਂ ਵੇਖਦਾ, ਜਮ ਜਿਹੜੇ ਉਹਨੂੰ ਨਹੀਂ ਦੁਖੀ ਕਰਦੇ ਹਨ। ਭਾਈ ਬੰਸ ਬੇਦੀ ਵਿਖੇ ਸੰਤ ਮੰਤਾ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ਾਂਤ ਆਤਮਾ ਦਾ ਮੰਤਰ ਦੇਣ ਵਾਲੇ, ਵਾਹਿਗੁਰੂ ਗੁਰੂ ਮੰਤਰ ਨੂੰ ਜਪਾਉਣ ਵਾਲੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹਨ, ਉਹਨਾਂ ਨੇ ਆਪਣਾ ਸਰੂਪ ਜਿਹੜਾ ਭਾਵ ਵੀ ਜਦੋਂ ਅਵਤਾਰ ਧਾਰਿਆ ਤੇ ਬੇਦੀ ਬੰਸ ਦੇ ਵਿੱਚ ਮਹਾਰਾਜ ਜੀ ਪ੍ਰਗਟ ਹੋਏ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤੈ ਭਏ ਸਹਾਏ। ਵੀ ਬੇਦੀਆਂ ਦੀ ਬੰਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਹਨ। ਦਿਓ ਸਤ ਨਾਮੂ ਮਹਾ ਮੰਤਰ ਜਨਤਾ। ਉਹਨਾਂ ਨੇ ਸੱਚਾ ਜਿਹੜਾ ਮੰਤਰ ਹੈ ਵੀ ਸਤ ਨਾਮ ਨੂੰ ਜਪਣਾ, ਸ੍ਰੀ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਨਾ। ਕਲ ਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਇਹ ਜੀਵਾਂ ਨੂੰ ਜਿਹੜਾ ਮੰਤਰ ਮਹਾਰਾਜ ਨੇ ਬਖਸ਼ਿਆ ਹੈ। ਨਵੋ ਖੰਡ ਮਾਹੀ ਕਰੀ ਕਿਤ ਮੰਡੰ। ਕਹਿਣ ਲੱਗੇ ਵੀ ਇਹ ਜਿੰਨੀ ਵੀ ਧਰਤੀ ਹੈ, ਜਿੰਨਾ ਵੀ ਜਗਤ ਸੰਸਾਰ ਹੈ, ਇਹ ਸਾਰੇ ਜਗਤ ਸੰਸਾਰ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਕਰ ਰਹੇ ਹਨ। ਘਰ ਘਰ ਬਾਬਾ ਗਾਵੀਐ ਵਜਨ ਤਾਲ ਮਿਰਦੰਗਰ ਬਾਬਾ। ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ, ਸਦਾ ਵਿਸੋਆ
ਇਸ ਤਰ੍ਹਾਂ ਸਤਿਨਾਮ ਮੰਤਰ ਦਾ ਮਹਾਰਾਜ ਜੀ ਨੇ ਜਾਪ ਕਰਾਇਆ। ਗੁਰੂ ਰੂਪ ਹੋਏ ਮਤੰ ਖੰਡ ਖੰਡੰ। ਕਹਿਣ ਲੱਗੇ ਵੀ ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਗੁਰੂ ਰੂਪ ਹੋ ਕਰਕੇ ਗੁਰੂ ਨਾਨਕ ਸਾਹਿਬ ਜੀ ਜਗਤ ਸੰਸਾਰ ਤੇ ਪ੍ਰਗਟ ਹੋਏ, ਜਿਨ੍ਹਾਂ ਨੇ ਹੰਕਾਰ ਦੇ ਵਿੱਚ ਮਸਤਿਆ ਹੋਇਆਂ ਨੂੰ ਟੋਟੇ ਟੋਟੇ ਕੀਤਾ। ਭਾਪੀ ਜਿਹੜੇ ਹੰਕਾਰ ਵਾਲੇ ਸਨ ਉਹਨਾਂ ਨੂੰ ਫਿਰ ਗੁਰੂ ਕੇ ਚਰਨਾਂ ਦੇ ਝੁਕਣਾ ਪਿਆ, ਹੱਥ ਜੋੜਨੇ ਪਏ। ਸੱਜਣ ਠੱਗ ਵਰਗੇ ਸੱਜਣ ਬਣੇ, ਭੂਮੀਏ ਚੋਰ ਵਰਗੇ ਜਿਹੜੇ ਸਨ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਫਿਰ ਭੌਰੇ ਬਣੇ ਵੀ ਤਾਰੇ ਗਿਣੇ ਜਾਤ ਹੈ ਪਰ ਤਾਰੇ ਨਾ ਗਿਨਾਤ ਹੈ। ਵੀ ਇਹਨੇ ਜਗਤ ਸੰਸਾਰ ਦਾ ਸਤਿਗੁਰਾਂ ਨੇ ਭਲਾ ਕੀਤਾ, ਗੁਰੂ ਨਾਨਕ ਸਾਹਿਬ ਜੀਆਂ ਨੇ ਜਗਤ ਦੇ ਜੀਵਾਂ ਦੀ ਕਲਿਆਣ ਕੀਤੀ। ਉਹਨਾਂ ਦੇ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਵਡਿਆਈ ਦੇਵਤੇ ਕਰਦੇ ਹਨ। ਇਸੇ ਤਰ੍ਹਾਂ ਸਤਿਗੁਰਾਂ ਦਾ ਇਹ ਜਿਹੜਾ ਇਤਿਹਾਸ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੇਅੰਤ ਭੁੱਲਾਂ ਦੀ ਆਪ ਸਰਬੱਤ ਸੰਗਤਾਂ ਨੇ ਮਾਫੀ ਬਖਸ਼ਣੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਦੀ। ਭਾਏ ਬੰਸ ਬੇਦੀ ਬਿਖੇ ਸੰਤ ਮੰਤਾ, ਦਿਓ ਸਤ ਨਾਮੂ ਮਹਾ ਮੰਤਰ ਜਨਤਾ। ਨਵੋ ਖੰਡ ਮਾਹੀ ਕਰੀ ਕਿਤ ਮੰਡੰ, ਗੁਰੂ ਰੂਪ ਹੋਏ ਮਤੰ ਖੰਡ ਖੰਡੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।